ਜਿਹੜਾ ਸਿਆਸੀ ਮਾਹੌਲ ਬਹੁਤ ਹੀ ਜ਼ਿਆਦਾ ਭਖਿਆ ਹੋਇਆ, ਪਹਿਲਾਂ ਇੰਨਾ ਨਹੀਂ ਹੁੰਦਾ ਸੀਗਾ ਖੈਰ, ਤੇ ਪਰ ਇਸ ਵਾਰ ਥੋੜਾ ਜਿਹਾ ਸਮੀਕਰਨ ਬਦਲੇ ਹੋਏ ਨੇ। ਕੀ ਕਹਿਣਾ ਤੁਹਾਡਾ ਇਸ ਬਾਰੇ ਜੀ? ਅੱਜ ਮੈਂ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ ਮੇਰਾ ਇੱਕ ਫਰਜ਼ ਵੀ ਆ, ਵੀ ਸਾਨੂੰ ਵਿਸ਼ਵਾਸ ਵੀ ਆ, ਲੇਕਿਨ ਮੇਰੇ ਕਹਿਣ ਨਾਲ ਔਰ ਕਿਸੇ ਹੋਰ ਦੇ ਕਹਿਣ ਦੇ ਨਾਲੋਂ ਲੋਕਾਂ ਦੇ ਵਿੱਚ ਵਿਸ਼ਵਾਸ ਜਾਣਾ ਬਹੁਤ ਜ਼ਰੂਰੀ ਆ। ਕਿਤੇ ਨਾ ਕਿਤੇ ਲੋਕੀ ਅਗਰ ਕਾਂਗਰਸ ਦੀ ਸੀਟਾਂ ਦੁਬਾਰਾ ਰਿਪੀਟ ਕਰਦੀ ਹੈ ਤੇ ਕਾਂਗਰਸ ਦੇ ਫੈਸਲਿਆਂ ਤੋਂ ਲੋਕੀ ਸਰਕਾਰ ਜਿਹੜੀ ਆ ਖੁਸ਼ ਹੋਊਗੀ। ਭਾਵੇਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਫੈਸਲਾ ਸੀ, ਭਾਵੇਂ ਚਰਨਜੀਤ ਸਿੰਘ ਚੰਨੀ ਨੂੰ ਲਾਉਣ ਦਾ ਫੈਸਲਾ ਸੀ। ਸਾਡੇ ਕੋਈ ਇਹ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਤਾਂ ਹੈ ਨਹੀਂ ਵੀ ਬਾਦਲਾਂ ਨੂੰ ਖੁਸ਼ ਕਰਨਾ ਜਾਂ ਕੇਜਰੀਵਾਲ ਨੂੰ ਖੁਸ਼ ਕਰਨਾ। ਤੁਹਾਡੇ ਮੂੰਹੋਂ ਵੀ ਮੈਂ ਇਹ ਗੱਲ ਸੁਣੀ ਹੈ ਕਿ ਕਈ ਲੀਡਰਾਂ ਤੋਂ ਤੁਸੀਂ ਵੀ ਖੁਸ਼ ਨਹੀਂ ਹੈਗੇ। ਅਗਰ ਕਿਤੇ ਕੋਈ ਗਲਤ ਹੋ ਰਿਹਾ, ਮੰਨ ਲਓ ਜੇ ਜ਼ਰੂਰੀ ਤਾਂ ਨਹੀਂ ਵੀ ਸੁਖਬੀਰ ਬਾਦਲ ਜੋ ਕਰ ਰਿਹਾ ਉਹ ਸਹੀ ਕਰ ਰਿਹਾ ਹੋਵੇ, ਲੇਕਿਨ ਅਗਰ ਸੁਖਬੀਰ ਬਾਦਲ ਨੂੰ ਉਹਦੀ ਪਾਰਟੀ ਵਾਲੇ ਗਲਤ ਨਹੀਂ ਬੋਲਣਗੇ ਤੇ ਫਿਰ ਕਿਤੇ ਨਾ ਕਿਤੇ ਉਸ ਚੀਜ਼ ਦਾ ਨੁਕਸਾਨ ਹੋਊਗਾ। ਨਵਜੋਤ ਸਿੰਘ ਸਿੱਧੂ ਵੱਲੋਂ ਕੁਝ ਬਿਆਨ ਦਿੱਤੇ ਜਾਂਦੇ ਨੇ, ਪੁਲਿਸ ਦੇ ਖਿਲਾਫ ਦਿੱਤੇ ਜਾਂਦੇ ਨੇ, ਤੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਵੀ ਫਿਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਦੇ ਨੇ। ਨਵਜੋਤ ਸਿੱਧੂ ਦਿਨ ਦੇ ਵਿੱਚ ਅਗਰ 4 ਘੰਟੇ ਗੱਲ ਕਰ ਰਹੇ ਆ, ਉਹਨੂੰ ਇੱਕ ਗੱਲ ਨੂੰ ਚੱਕ ਕੇ ਆਪਾਂ ਉਹਨੂੰ ਹਾਈਲਾਈਟ ਕਰੀ ਜਾਈਏ ਬਾਰ-ਬਾਰ, ਕੋਈ ਕਿਤੇ ਗੱਲ ਕਿਸੇ ਸੰਦਰਭ 'ਚ ਕਹੀ ਗਈ ਹੋਵੇ, ਉਹਨੂੰ ਕਿਸੇ ਹੋਰ ਰੂਪ ਵਿੱਚ ਪੇਸ਼ ਕਰ ਦਿੱਤਾ ਜਾਂਦਾ ਵਾ। ਸਿੱਧੂ ਨੂੰ ਅਗਰ ਕੋਈ ਠੋਕਣਾ ਚਾਹੁੰਦਾ ਵਾ ਤੇ ਉਹ ਇਸ ਤਰੀਕੇ ਨਾਲ ਠੋਕਣਾ ਵੀ ਪੰਜਾਬ ਪੁਲਿਸ ਦਾ ਸਹਾਰਾ ਲੈ ਕੇ, ਇਹ ਗਲਤ। ਮੈਂ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਇੱਜ਼ਤ ਕਰਦਾ ਸੀ, ਇਹ ਚੀਜ਼ ਨਾਲ ਉਹ ਬੀਜੇਪੀ ਦੇ ਥੱਲੇ ਲੱਗਣਾ ਔਰ ਬੀਜੇਪੀ ਦੇ ਨਾਲ ਰਾਜਨੀਤੀ ਰਲ ਕੇ ਕਰਨਾ ਔਰ ਕਾਂਗਰਸ ਨੂੰ ਹੈਰਾਨ ਕਰਕੇ ਕਰਨਾ, ਇਹਦੇ ਵਿੱਚ ਉਹਨਾਂ ਦੀ ਛਵੀ ਨੂੰ ਕਿਤੇ ਨਾ ਕਿਤੇ ਮੇਰੀ ਨਜ਼ਰ ਦੇ ਵਿੱਚ ਤਾਂ ਫਰਕ ਪਿਆ ਵਾ। ਠੀਕ ਹੈ, ਕਮੀਆਂ ਹੈਗੀਆਂ, ਜਿਹਦੀਆਂ ਧਰਨੇ ਹੈਗੇ ਆ, ਜਿੱਥੇ ਮੁਸ਼ਕਲਾਂ ਹੈਗੀਆਂ ਉਹ ਵੀ ਹੈਗੀਆਂ, ਲੇਕਿਨ ਇਹ ਕਹਿਣਾ ਬਿਲਕੁਲ ਵੀ ਚੰਨੀ ਨੇ ਕੁਛ ਵੀ ਨਹੀਂ ਕੀਤਾ ਜਾਂ ਚੰਨੀ ਸਾਹਿਬ ਨੇ ਕੋਈ ਵੀ ਐਲਾਨ ਜਿਹੜਾ ਕੀਤਾ ਉਹਨੂੰ ਸਿਰੇ ਨਹੀਂ ਚੜਾਇਆ, ਉਹ ਗਲਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰ ਚਾਲ ਤੇ ਤੁਸੀਂ ਦੇਖ ਰਹੇ ਹੋ ਦ ਸਟੋਰੀ ਟੀਵੀ। 2022 ਦੀਆਂ ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਨੇ ਤਿਉਂ-ਤਿਉਂ ਜਿਹੜਾ ਸਿਆਸੀ ਦੰਗਲ ਹੈ ਉਹ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਇਸ ਦੇ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਰੋਪੜ ਤੋਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਵਰਿੰਦਰ ਢਿੱਲੋਂ ਜੀ। ਇਹਨਾਂ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਹਨਾਂ ਦਾ ਕੀ ਵਿਚਾਰ ਹੈ ਇਸ ਬਾਰੇ। ਸਭ ਤੋਂ ਪਹਿਲਾਂ ਵਰਿੰਦਰ ਜੀ, ਤੁਹਾਡਾ ਸਵਾਗਤ ਹੈ ਦ ਸਟੋਰੀ ਟੀਵੀ ਤੇ। ਥੈਂਕ ਯੂ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਤੇ ਜੇ ਆਪਾਂ ਗੱਲ ਕਰੀਏ, ਜਿਹੜਾ ਸਿਆਸੀ ਮਾਹੌਲ ਬਹੁਤ ਹੀ ਜ਼ਿਆਦਾ ਭਖਿਆ ਹੋਇਆ, ਪਹਿਲਾਂ ਇੰਨਾ ਨਹੀਂ ਹੁੰਦਾ ਸੀਗਾ ਖੈਰ, ਤੇ ਪਰ ਇਸ ਵਾਰ ਥੋੜਾ ਜਿਹਾ ਸਮੀਕਰਨ ਬਦਲੇ ਹੋਏ ਨੇ। ਕੀ ਕਹਿਣਾ ਤੁਹਾਡਾ ਇਸ ਬਾਰੇ ਜੀ? ਮੇਰੇ ਹਿਸਾਬ ਨਾਲ ਤਾਂ ਬਾਈ ਜੀ ਸਿਆਸੀ ਮਾਹੌਲ ਹਮੇਸ਼ਾ ਹੀ ਭਖਿਆ ਰਹਿੰਦਾ। ਕਈ ਵਾਰ ਅੱਜ ਕੱਲ੍ਹ ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਵਾ, ਕਈ ਚੀਜ਼ਾਂ ਜ਼ਿਆਦਾ ਸਾਹਮਣੇ ਆ ਜਾਂਦੀਆਂ ਜਿਹੜੀਆਂ ਪਹਿਲਾਂ ਨਹੀਂ ਆਉਂਦੀਆਂ ਸੀਗੀਆਂ। ਲੇਕਿਨ ਅਗਰ ਤੁਸੀਂ ਭਾਵਨਾਵਾਂ ਦੀ ਗੱਲ ਕਰੋ, ਮਾਹੌਲ ਦੀ ਗੱਲ ਕਰੋ ਔਰ ਧਿਰਾਂ ਦੀ ਗੱਲ ਕਰੋ, ਉਹ ਜ਼ਰੂਰ ਐਤਕੀ ਇੱਕ ਨਵੀਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਔਰ ਹਰ ਇਲੈਕਸ਼ਨ 'ਚ ਵੇਖਦੀਆਂ। ਸੋ ਇਹ ਮੇਰੇ ਹਿਸਾਬ ਨਾਲ ਹਰ ਵਾਰ ਦੀ ਇਹੀ ਕਹਾਣੀ ਹੁੰਦੀ ਆ, ਸਿਰਫ ਉਹਦੇ ਐਂਗਲ ਨਵੇਂ ਨਿਕਲ ਕੇ ਆ ਜਾਂਦੇ ਆ ਜੀ। ਤੇ ਜੇ ਆਪਾਂ ਗੱਲ ਕਰੀਏ, ਕਿਉਂਕਿ ਪਾਰਟੀਆਂ ਵੱਲੋਂ, ਜਿਵੇਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ, ਹੁਣ ਤੁਹਾਡੀ ਪਾਰਟੀ ਸੱਤਾ ਦੇ ਵਿੱਚ ਹੈ, ਵਿਰੋਧੀ ਪਾਰਟੀਆਂ ਤੁਹਾਡੇ ਤੇ ਲਗਾਤਾਰ ਇਲਜ਼ਾਮ ਲਾਉਂਦੀਆਂ ਹੀ ਰਹਿੰਦੀਆਂ ਨੇ। ਰਾਘਵ ਚੱਡਾ ਇੱਥੇ ਆਏ ਤੇ ਆ ਕੇ ਉਹਨਾਂ ਨੇ ਇਹੀ ਗੱਲ ਕੀਤੀ ਤੁਹਾਡੇ ਏਰੀਆ ਦੇ ਵਿੱਚ ਆ ਕੇ ਕਿ ਇੱਥੇ ਮਾਈਨਿੰਗ ਮਾਫੀਆ ਜਿਹੜਾ ਬਹੁਤ ਉੱਚੇ ਪੱਧਰ ਤੇ ਕੰਮ ਕਰ ਰਿਹਾ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਮੈਂ ਉਹੀ ਕਹਿ ਰਿਹਾ ਵੀ ਰਾਘਵ ਚੱਡਾ ਦੇ ਬਾਰੇ ਪਹਿਲਾਂ ਤਾਂ ਉਹਨਾਂ ਦੀ ਲੋਕਲ ਸਟੈਂਡੀ ਕੀ ਹੈ ਇਸ ਚੀਜ਼ ਦੇ ਉੱਤੇ ਬੋਲਣ ਦੀ। ਨਾ ਤਾਂ ਉਹ ਪੰਜਾਬ ਦੇ ਵੋਟਰ ਆ, ਨਾ ਉਹਨਾਂ ਨੇ ਵੋਟ ਪਾਣੀ ਆ, ਨਾ ਉਹਨਾਂ ਨੇ ਇੱਥੇ ਇਲੈਕਸ਼ਨ ਲੜਨੀ ਆ, ਨਾ ਉਹਨਾਂ ਨੇ ਇੱਥੇ ਉਹਨਾਂ ਨੇ ਇਲੈਕਸ਼ਨ ਤੋਂ ਬਾਅਦ ਇੱਥੇ ਰਹਿਣਾ ਵਾ। ਔਰ ਦੂਜੀ ਇਹ ਗੱਲ ਬਣਦੀ ਆ ਵੀ ਅਗਰ ਮਾਈਨਿੰਗ ਦੇ ਉੱਤੇ ਉਹ ਗੱਲ ਕਰਦੇ ਆ ਜਾਂ ਮਾਈਨਿੰਗ ਬਾਰੇ ਉਹ ਕੋਈ ਇਸ਼ੂ ਕਰਦੇ ਆ, ਇੱਕ ਤੁਸੀਂ ਜਾ ਕੇ ਇੱਕ ਖੱਡ ਦੇ ਉੱਤੇ ਖੜੇ ਹੋਣ ਨਾਲ ਜਾਂ ਇੱਕ ਚੀਜ਼ ਦੇ ਉੱਤੇ ਦਿਖਾਉਣ ਦੇ ਨਾਲ, ਬਿਨਾਂ ਫੈਕਟਸ ਤੋਂ, ਬਿਨਾਂ ਉਹਦੇ ਤੋਂ, ਜੋ 4 ਜਣਿਆਂ ਨੂੰ ਫੜ ਕੇ ਤੁਸੀਂ ਯਾਰ ਆਓ ਮੈਂ ਸਟੋਰੀ ਕਰ ਲੈਂਦੇ, ਇੱਥੇ ਕੋਈ ਟਰਾਲੀ ਜਾ ਰਹੀ ਆ, ਉਹਨੂੰ ਕੁਛ ਵੀ ਆਪਾਂ ਪੁੱਛ ਲਾਂਗੇ ਵੀ ਹਾਂਜੀ ਦੱਸੋ ਜੀ ਤੁਸੀਂ ਕਿੱਥੋਂ ਆ ਰਹੇ ਹੋ, ਕਿਵੇਂ ਆ ਰਹੇ ਹੋ, ਕੈਮਰੇ ਦੇ ਉੱਤੇ ਗੱਲਾਂ ਕਰਨੀਆਂ ਔਰ ਇੱਕ ਫੈਕਟਸ ਦੇ ਉੱਤੇ ਗੱਲਾਂ ਕਰਨੀਆਂ। ਹਾਈ ਕੋਰਟ ਹੈਗੇ ਆ, ਉਹਦੇ ਅੰਦਰ ਗ੍ਰੀਨ ਟ੍ਰਿਬਿਊਨਲਸ ਹੈਗੇ ਆ, ਆਪਣਾ ਪੁਲਿਸ ਹੈਗੀ ਆ। ਅਗਰ ਉਹ ਮੰਨ ਲਓ ਪੁਲਿਸ ਉਹ ਕਹਿੰਦੇ ਆ ਵੀ ਪੰਜਾਬ ਸਰਕਾਰ ਦੀ ਨਹੀਂ ਕਰਨਗੇ, ਹੁਣ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਜੂਗਾ, ਉਸ ਤੋਂ ਬਾਅਦ ਆਪਣਾ ਕੀ ਕਹਿੰਦੇ ਪੁਲਿਸ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਦੌਰ ਹੋਊਗਾ, ਕਈ ਚੀਜ਼ਾਂ ਹੋਣਗੀਆਂ, ਉਸ ਤੋਂ ਬਾਅਦ ਹਾਈ ਕੋਰਟ ਆ, ਗ੍ਰੀਨ ਟ੍ਰਿਬਿਊਨਲਸ ਆ, ਬਹੁਤ ਇੰਸਟੀਟਿਊਸ਼ਨਸ ਆ ਜਿੱਥੇ ਜਾ ਕੇ ਉਹ ਚੀਜ਼ਾਂ ਨੂੰ ਪ੍ਰੂਵ ਕਰ ਸਕਦੇ ਆ। ਲੇਕਿਨ ਅਗਰ ਕੈਮਰੇ ਦੇ ਉੱਤੇ ਕਹਿਣਾ ਔਰ ਫਿਰ ਭੱਜ ਜਾਣਾ, ਜਿਵੇਂ ਕਿ ਬਿਕਰਮ ਮਜੀਠੀਆ ਬਾਰੇ ਇਹਨਾਂ ਨੇ ਬੋਲਿਆ ਸੀਗਾ ਵੀ ਇਹ ਡਰਗ ਤਸਕਰ ਔਰ ਬਾਅਦ 'ਚ ਐਫੀਡੇਵਿਟ ਦੇ ਕੇ ਮਾਫੀਆਂ ਮੰਗੀਆਂ। ਸੋ ਇਹ ਐਲੀਗੇਸ਼ਨਸ ਆ, ਐਲੀਗੇਸ਼ਨਸ ਦੇ ਉੱਤੇ ਐਲੀਗੇਸ਼ਨਸ ਵਰਸਸ ਐਲੀਗੇਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਅਗਰ ਕੋਈ ਫੈਕਚੁਅਲ ਗੱਲ ਆ ਜਾਂ ਕਿਤੇ ਕੋਈ ਗੱਲ ਆ, ਲੋਕਾਂ ਨੂੰ ਗੁੰਮਰਾਹ ਕਰਨਾ ਕੈਮਰੇ ਦੇ ਵਿੱਚ ਜਾਂ ਉੱਤੇ ਆ ਕੇ 4 ਜਣਿਆਂ ਨੂੰ ਵਿਖਾ ਕੇ ਇਹ ਚੀਜ਼ਾਂ ਦਾ ਡਰਾਮਾ ਕਰਨਾ, ਇਹ ਮੇਰੇ ਹਿਸਾਬ ਨਾਲ ਬਹੁਤ ਗੰਦੀਲੀ ਰਾਜਨੀਤੀ ਆ ਜਿਹੜੀ ਸਾਨੂੰ ਨਹੀਂ ਕਰਨੀ ਚਾਹੀਦੀ।
ਜੇ ਪੰਜਾਬ ਦੇ ਵਿੱਚ ਆਪਾਂ ਸਰਕਾਰ ਦਾ ਜਿਹੜੀ ਕਾਰਗੁਜ਼ਾਰੀ ਹੈ ਉਹਦੀ ਗੱਲ ਕਰੀਏ, ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਫੇਲ ਰਹੀ ਹੈ ਪੰਜਾਬ ਦੇ ਵਿੱਚ ਆਪਣੀ ਜਿਹੜਾ ਹੁਣ ਤੱਕ ਦਾ ਕਾਰਜ ਕਰ ਰਿਹਾ। ਉਸ ਤੋਂ ਪਹਿਲਾਂ ਚਲੋ ਇਸੇ ਜਿਹੜੀ ਫੇਲਰ ਕਰਕੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਜਾਂਦਾ, ਚਰਨਜੀਤ ਸਿੰਘ ਚੰਨੀ ਕਮਾਂਡ ਸੰਭਾਲ ਲੈਂਦੇ ਨੇ। ਤੁਹਾਨੂੰ ਕੀ ਲੱਗਦਾ, ਤੁਹਾਨੂੰ ਤੁਸੀਂ ਕਿਵੇਂ ਸੋਚਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੀ ਕਾਰਗੁਜ਼ਾਰੀ ਰਹੀ ਹੈ ਸਰਕਾਰ ਦੀ? ਜੀ ਦੇਖੋ, ਮੈਂ ਅਗਰ ਕਹਾਂ ਵੀ ਆਪਾਂ ਓਵਰਆਲ ਇਸ ਚੀਜ਼ ਨੂੰ ਵੇਖੀਏ ਤੇ ਲੋਕੀ ਦੱਸਣਗੇ ਆਪਣਾ ਕੀ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਵੀ ਕਾਰਗੁਜ਼ਾਰੀ ਕਿਸ ਤਰੀਕੇ ਦੀ ਰਹੀ ਆ। ਅੱਜ ਮੈਂ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ ਮੇਰਾ ਇੱਕ ਫਰਜ਼ ਵੀ ਆ ਔਰ ਮੇਰਾ ਇੱਕ ਬੇਸਿਕ ਅਗਰ ਆਪਾਂ ਇਹ ਕਹੀਏ ਵੀ ਸਾਨੂੰ ਵਿਸ਼ਵਾਸ ਵੀ ਆ। ਲੇਕਿਨ ਮੇਰੇ ਕਹਿਣ ਨਾਲ ਔਰ ਕਿਸੇ ਹੋਰ ਦੇ ਕਹਿਣ ਦੇ ਨਾਲੋਂ ਲੋਕਾਂ ਦੇ ਵਿੱਚ ਵਿਸ਼ਵਾਸ ਜਾਣਾ ਬਹੁਤ ਜ਼ਰੂਰੀ ਆ। ਸੋ ਤੁਹਾਨੂੰ ਆਉਣ ਵਾਲਾ ਸਮਾਂ ਦੇ ਵਿੱਚ ਕਲੈਰਿਟੀ ਦਿਖੂਗੀ ਆਪਣਾ ਕੀ ਕਹਿੰਦੇ ਜਦੋਂ ਲੋਕੀ ਵੋਟਾਂ ਪਾਣਗੇ ਔਰ ਜਿਹਦੀਆਂ ਸੀਟਾਂ ਮੇਰੇ ਹਿਸਾਬ ਨਾਲ ਵੱਧ ਆਣਗੀਆਂ। ਕਿਤੇ ਨਾ ਕਿਤੇ ਲੋਕੀ ਅਗਰ ਕਾਂਗਰਸ ਦੀ ਸੀਟਾਂ ਦੁਬਾਰਾ ਰਿਪੀਟ ਕਰਦੀ ਹੈ ਤੇ ਕਾਂਗਰਸ ਦੇ ਫੈਸਲਿਆਂ ਤੋਂ ਉਸ ਲੋਕੀ ਸਰਕਾਰ ਜਿਹੜੀ ਆ ਉਹ ਖੁਸ਼ ਹੋਊਗੀ। ਭਾਵੇਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਫੈਸਲਾ ਸੀ, ਭਾਵੇਂ ਚਰਨਜੀਤ ਸਿੰਘ ਚੰਨੀ ਨੂੰ ਲਾਉਣ ਦਾ ਫੈਸਲਾ ਸੀ। ਸੋ ਜਿਹੜੀ ਇੰਟੈਂਸ਼ਨ ਆ ਸਾਡੀ ਪਾਰਟੀ ਦੀ ਉਹ ਇਹ ਆ ਵੀ ਨਹੀਂ, ਅਗਰ ਅਸੀਂ ਕੰਮ ਕੋਈ ਨਹੀਂ ਕਰ ਰਿਹਾ ਜਾਂ ਕਿਤੇ ਲੋਕਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰ ਰਹੇ, ਅਸੀਂ ਉਹ ਚੀਜ਼ਾਂ ਨੂੰ ਦੁਬਾਰਾ ਆਪਣਾ ਕੀ ਕਹਿੰਦੇ ਇੱਕ ਇਸ ਤਰੀਕੇ ਨਾਲ ਵੇਖਿਆ ਔਰ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਅਸੀਂ ਜਿੱਤ ਸਕੀਏ। ਸਾਡੇ ਸਾਰੇ ਫੈਸਲੇ ਇਸ ਤਰੀਕੇ ਨਾਲ ਹੀ ਆ। ਸਾਡੇ ਕੋਈ ਇਹ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਤਾਂ ਹੈ ਨਹੀਂ ਵੀ ਬਾਦਲਾਂ ਨੂੰ ਹੀ ਖੁਸ਼ ਕਰਨਾ ਜਾਂ ਕੇਜਰੀਵਾਲ ਨੂੰ ਹੀ ਖੁਸ਼ ਕਰਨਾ। ਸਾਡੇ ਸਭ ਤੋਂ ਵੱਡੀ ਪ੍ਰਾਈਮ ਇਹ ਗੱਲ ਆ ਵੀ ਕਿਤੇ ਨਾ ਕਿਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਦੋਂ ਜਾਈਏ ਤੇ ਲੋਕਾਂ ਦੇ ਵਿੱਚ ਆਪਾਂ ਨੂੰ ਇਹ ਗੱਲ ਨੂੰ ਰੱਖਣਾ ਪਊਗਾ ਔਰ ਇਸ ਨੂੰ ਆਪਾਂ ਸਿਰੇ ਚੜਾ ਕੇ ਰੱਖੀਏ। ਤੇ ਇੱਕ ਜਿੱਦਾਂ ਕਿ ਤੁਸੀਂ ਗੱਲ ਕਰੀ ਕਿ ਤੁਹਾਨੂੰ ਜਿਹੜਾ ਪਾਰਟੀ ਨੂੰ ਡਿਫੈਂਡ ਕਰਨ ਤੁਹਾਡਾ ਇੱਕ ਜਿਹੜਾ ਅਧਿਕਾਰ ਵੀ ਹੈ ਤੇ ਤੁਹਾਡਾ ਕਰਤੱਵ ਵੀ ਬਣਦਾ ਕਿ ਹਾਂ ਅਸੀਂ ਡਿਫੈਂਡ ਕਰੀ, ਲੋਕਾਂ ਸਾਹਮਣੇ ਆਪਣੀਆਂ ਪ੍ਰਾਪਤੀਆਂ ਮਤਲਬ ਕਿ ਰੱਖੀਏ। ਪਰ ਫਿਰ ਵੀ ਜਿਹੜੀ ਮੰਨ ਲਓ ਤੁਹਾਡੀ ਪਾਰਟੀ ਦੇ ਵਿੱਚ ਜਿਹੜੀ ਆਪਸੀ ਜੰਗ ਹੈ, ਆਪਸੀ ਖੇਮੇਬਾਜ਼ੀ ਜੰਗ ਜਿਹੜੀ ਅੰਦਰ ਸ਼ੁਰੂ ਹੋਈ ਹੈ, ਉਹਦੇ ਕਰਕੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਇਹ ਹੈ ਕਿ ਪਾਰਟੀ ਤਾਂ ਖੁਦ ਅੰਦਰੋਂ ਅੰਦਰ ਹੀ ਲੜੀ ਜਾਂਦੀ ਹੈ। ਕਿਉਂਕਿ ਤੁਹਾਡੇ ਮੂੰਹੋਂ ਵੀ ਮੈਂ ਇਹ ਗੱਲ ਸੁਣੀ ਹੈ ਕਿ ਕਈ ਲੀਡਰਾਂ ਤੋਂ ਤੁਸੀਂ ਵੀ ਖੁਸ਼ ਨਹੀਂ ਹੈਗੇ। ਉਸ ਚੀਜ਼ ਤੇ ਥੋੜਾ ਚਾਨਣਾ ਪਾਓ। ਦੇਖੋ, ਜਿੱਥੇ ਕਿਤੇ ਅਗਰ ਇਹ ਕਹਿਣਾ ਨਾ ਵੀ ਕੋਈ ਸਾਡੀ ਪਾਰਟੀ ਵਾਲੇ ਬੰਦੇ ਥੋੜੇ ਵੋਕਲ ਜ਼ਿਆਦਾ ਵਾ, ਸਾਡੀ ਪਾਰਟੀ ਵਾਲੇ ਥੋੜੇ ਭਾਵਨਾ ਜ਼ਿਆਦਾ ਵਾ ਔਰ ਸਾਡੀ ਪਾਰਟੀ 'ਚ ਇੱਕ ਆਜ਼ਾਦੀ ਆ ਬੋਲਣ ਦੀ। ਕਈ ਵਾਰ ਉਹਦਾ ਨੁਕਸਾਨ ਵੀ ਹੁੰਦਾ ਵਾ, ਲੇਕਿਨ ਉਹ ਇੱਕ ਇਲੈਕਸ਼ਨ ਜਦੋਂ ਆ ਜਾਏ ਉਦੋਂ ਸਭ ਨੂੰ ਇੱਕ ਚੀਜ਼ ਨੂੰ ਖਤਮ ਕਰਕੇ ਇੱਕ ਸਾਂਝੇ ਮਕਸਦ ਵੱਲ ਚੱਲਣਾ ਚਾਹੀਦਾ। ਪਾਰਟੀ ਦੇ ਵਿੱਚ ਬੜੀਆਂ ਚੇਂਜਸ ਆਈਆਂ। ਪਾਰਟੀਆਂ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬੜਾ ਵੱਡਾ ਦੌਰ ਸੀਗਾ, 20-25 ਸਾਲ ਉਹਨਾਂ ਨੇ ਕਾਂਗਰਸ ਪਾਰਟੀ ਤੇ ਕਾਬਜ ਰਹੇ ਆ। ਉਸ ਦੌਰ ਦੇ ਵਿੱਚ ਜਦੋਂ ਹੁਣ ਨਵੀਂ ਲੀਡਰਸ਼ਿਪ ਉੱਭਰੂਗੀ ਤੇ ਸਾਰਿਆਂ ਨੂੰ ਐਡਜਸਟ ਹੋਣ ਨੂੰ ਇੱਕ ਦੂਜੇ ਨਾਲ ਟਾਈਮ ਲੱਗੂਗਾ ਔਰ ਉਸ ਦੇ ਵਿੱਚ ਕਈ ਗੱਲਾਂ ਬਾਹਰ ਨਿਕਲ ਕੇ ਆਉਣਗੀਆਂ। ਲੇਕਿਨ ਹੌਲੀ ਹੌਲੀ ਤੁਸੀਂ ਵੇਖੋਗੇ ਕਾਂਗਰਸ ਇੱਕ ਰੂਪ ਦਊਗੀ ਆਪਣਾ ਕੀ ਕਹਿੰਦੇ ਰਾਜਨੀਤੀ ਨੂੰ, ਆਪਣੇ ਲੀਡਰਾਂ ਨੂੰ, ਜਿਹਦੇ ਉੱਤੇ ਉਹ ਆਉਣ ਵਾਲੇ 15-20 ਸਾਲ ਰਾਜਨੀਤੀ ਕਰਨਗੇ। ਸੋ ਉਹਦੇ ਵਿੱਚ ਹਾਲੇ ਸਮਾਂ ਲੱਗ ਰਿਹਾ ਵਾ। ਠੀਕ ਆ, ਕਿਸੇ ਦੀ ਕਿਸੇ ਨੂੰ ਗੱਲ ਨਹੀਂ ਪਸੰਦ ਆ ਰਹੀ, ਥੋੜਾ ਅਸੀਂ ਵੋਕਲ ਆ, ਥੋੜੀ ਆਜ਼ਾਦੀ ਜ਼ਿਆਦਾ ਵਾ ਸਾਡੀ ਪਾਰਟੀ 'ਚ। ਜਿਹੜਾ ਇਕੱਲਾ ਇਹ ਗੱਲਾਂ ਸਿਰਫ ਕਿਤਾਬੀ ਨਹੀਂ ਰਹਿ ਜਾਂਦੀਆਂ। ਸਾਡੀ ਪਾਰਟੀ 'ਚ ਇੱਕ ਅੰਦਰਲੀ ਡੈਮੋਕ੍ਰੇਸੀ ਵੀ ਆ ਔਰ ਜਿੱਥੇ ਡੈਮੋਕ੍ਰੇਸੀ ਹੋਊਗੀ ਉੱਥੇ ਲੋਕਾਂ ਦੇ ਵਿਚਾਰਾਂ ਦੇ ਵਿੱਚ ਫਰਕ ਆਣਗੇ। ਹੁਣ ਅਗਰ ਉਹਦਾ ਇਲੈਕਸ਼ਨ ਦੇ ਵਿੱਚ ਨੁਕਸਾਨ ਹੁੰਦਾ ਤੇ ਫਿਰ ਪਾਰਟੀ ਨੂੰ ਜ਼ਰੂਰ ਉਹਨੂੰ ਰੋਕਣਾ ਚਾਹੀਦਾ। ਪਰ ਮੇਰੇ ਹਿਸਾਬ ਨਾਲ ਲੋਕਾਂ ਦੇ ਵਿੱਚ ਪਾਰਦਰਸ਼ਤਾ ਜਾਂਦੀ ਆ। ਲੋਕਾਂ ਨੂੰ ਵੇਖਦਾ ਵੀ ਨਹੀਂ ਯਾਰ, ਬਾਕੀ ਪਾਰਟੀਆਂ ਵਾਂਗੂ ਇਹ ਪਿੱਠੂ ਨਹੀਂ ਹੈਗੇ ਇਹਨਾਂ ਕੋਲ, ਬਾਕੀ ਪਾਰਟੀਆਂ ਵਾਂਗੂ ਲਾਈ ਲੱਗ ਨਹੀਂ ਆ, ਚਾਪਲੂਸ ਨਹੀਂ ਆ। ਇਸ ਪਾਰਟੀ ਦੇ ਵਿੱਚ ਅਗਰ ਕਿਤੇ ਕੋਈ ਗਲਤ ਹੋ ਰਿਹਾ, ਮੰਨ ਲਓ ਜੇ ਜ਼ਰੂਰੀ ਤਾਂ ਨਹੀਂ ਵੀ ਸੁਖਬੀਰ ਬਾਦਲ ਜੋ ਕਰ ਰਿਹਾ ਉਹ ਸਹੀ ਕਰ ਰਿਹਾ ਹੋਵੇ, ਲੇਕਿਨ ਅਗਰ ਸੁਖਬੀਰ ਬਾਦਲ ਨੂੰ ਉਹਦੀ ਪਾਰਟੀ ਵਾਲੇ ਗਲਤ ਨਹੀਂ ਬੋਲਣਗੇ ਤੇ ਫਿਰ ਕਿਤੇ ਨਾ ਕਿਤੇ ਉਸ ਚੀਜ਼ ਦਾ ਨੁਕਸਾਨ ਹੋਊਗਾ। ਸੋ ਸਾਡੀ ਇਹੀ ਕੋਸ਼ਿਸ਼ ਆ ਵੀ ਇਹ ਜਿਹੜੀਆਂ ਚੀਜ਼ਾਂ ਵਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਲੈਰਿਟੀ ਹੋਵੇ ਔਰ ਜਦੋਂ ਇਲੈਕਸ਼ਨ ਦਾ ਹੁਣ ਕੈਂਪੇਨ ਸ਼ੁਰੂ ਹੋ ਜਾਏ ਤੇ ਫਿਰ ਸਾਰੇ ਇੱਕ ਸਾਂਝੇ ਮਕਸਦ ਨਾਲ ਪਾਰਟੀ ਜਿਹੜੀ ਕਾਂਗਰਸ ਇਕਜੁੱਟ ਹੋ ਕੇ ਅੱਗੇ ਚੱਲੇ। ਦੇਖੋ, ਤੁਹਾਡੀ ਪਾਰਟੀ ਇੱਕ ਬਹੁਤ ਆਪਾਂ ਕਹਿ ਦਈਏ ਕਿ ਇੱਕ ਵੱਡੀ ਪਾਰਟੀ ਹੈ, ਸਿਖਰ ਦੀ ਪਾਰਟੀ ਹੈ, ਪਰ ਤੁਸੀਂ ਨਾਲ ਇਹ ਵੀ ਗੱਲ ਕੀਤੀ ਕਿ ਤੁਹਾਡੀ ਪਾਰਟੀ ਦੇ ਵਿੱਚ ਜਿਹੜੀ ਬੋਲਣ ਦੀ ਆਜ਼ਾਦੀ ਹੈ ਉਹ ਥੋੜੀ ਵੱਧ ਆ ਦੂਜੀਆਂ ਪਾਰਟੀਆਂ ਦੇ ਨਾਲੋਂ। ਇਸੇ ਆਜ਼ਾਦੀ ਦਾ ਫਾਇਦਾ ਚੁੱਕਦੇ ਹੋਏ ਨਵਜੋਤ ਸਿੰਘ ਸਿੱਧੂ ਵੱਲੋਂ ਕੁਝ ਬਿਆਨ ਦਿੱਤੇ ਜਾਂਦੇ ਨੇ, ਪੁਲਿਸ ਦੇ ਖਿਲਾਫ ਦਿੱਤੇ ਜਾਂਦੇ ਨੇ ਤੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਵੀ ਫਿਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਦੇ ਨੇ। ਇਹ ਚੀਜ਼ ਦਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਤੁਹਾਡੀ ਪਾਰਟੀ ਦੇ ਵਿੱਚ ਇੱਕ ਰਾਈਟ ਟੂ ਸਪੀਕ ਵਾਲਾ ਉਹਨਾਂ ਨੇ ਗਲਤ ਫਾਇਦਾ ਚੁੱਕਿਆ? ਇਹ ਰਾਈਟ ਟੂ ਸਪੀਚ ਦੀ ਗੱਲ ਨਹੀਂ ਹੈ ਇਹਦੇ ਅੰਦਰ ਰਾਈਟ ਟੂ ਫਰੀडम ਆਫ ਉਹ ਨਹੀਂ ਆ ਵੀ ਆਪਾਂ ਇਹ ਗੱਲ ਕਹੀਏ। ਉਹਨਾਂ ਨੇ ਅਗਰ ਕੋਈ ਗੱਲ ਕਹੀ, ਦੇਖੋ ਨਵਜੋਤ ਸਿੱਧੂ ਦਿਨ ਦੇ ਵਿੱਚ ਅਗਰ 4 ਘੰਟੇ ਗੱਲ ਕਰ ਰਹੇ ਆ, ਉਹਨੂੰ ਇੱਕ ਗੱਲ ਨੂੰ ਚੱਕ ਕੇ ਆਪਾਂ ਉਹਨੂੰ ਹਾਈਲਾਈਟ ਕਰੀ ਜਾਈਏ ਬਾਰ-ਬਾਰ। ਦੇਖੋ, ਗੱਲਾਂ ਜਦੋਂ ਆਪਾਂ ਕਰੀਦੀਆਂ ਨਾ ਉਸ ਸਮੇਂ ਅੱਜ ਕੱਲ੍ਹ ਮੀਡੀਆ ਦਾ, ਮੈਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ, ਇੰਨਾ ਜ਼ਿਆਦਾ ਪ੍ਰਭਾਵ ਹੈਗਾ ਵਾ ਵੀ ਕੋਈ ਕਿਤੇ ਗੱਲ ਕਿਸੇ ਸੰਦਰਭ 'ਚ ਕਹੀ ਜੇ ਗਈ ਹੋਵੇ ਉਹਨੂੰ ਕਿਸੇ ਹੋਰ ਰੂਪ ਵਿੱਚ ਪੇਸ਼ ਕਰ ਦਿੱਤਾ ਜਾਂਦਾ ਵਾ ਔਰ ਉਹਦੇ ਨਾਲ ਫਿਰ ਉਹ ਲੋਕੀ ਉਸ ਚੀਜ਼ ਨੂੰ ਪ੍ਰੋਪੇਗੈਂਡਾ ਬਣਾ ਲੈਂਦੇ ਆ। ਮੇਰੇ ਹਿਸਾਬ ਨਾਲ
ਕੋਈ ਵੀ ਅਗਰ ਇਨਸਾਨ ਹੋਊਗਾ, ਜਿਹਨੂੰ ਮੈਂ ਪੰਜਾਬ ਪੁਲਿਸ ਦੀ ਗੱਲ ਕਰਦੇ ਆ, ਇਹਨੂੰ ਆਪਾਂ ਪੋਲੀਟੀਸਾਈਜ਼ ਨਹੀਂ ਕਰਨਾ ਚਾਹੀਦਾ। ਪੰਜਾਬ ਪੁਲਿਸ ਬੜੀ ਇੱਕ ਬਰੇਵ ਫੋਰਸ ਆ, ਬੜੀ ਜ਼ਬਰਦਸਤ ਫੋਰਸ ਰਹੀ ਆ, ਜਿਹਨੇ ਆਪਣੀ ਕੁਰਬਾਨੀਆਂ ਵੀ ਦਿੱਤੀਆਂ, ਜਿਨ੍ਹਾਂ ਨੇ ਸ਼ਹਾਦਤਾਂ ਵੀ ਪਾਈਆਂ, ਔਰ ਜਿਨ੍ਹਾਂ ਨੇ ਅੱਜ ਦੇ ਸਮੇਂ 'ਚ ਲਾਅ ਐਂਡ ਆਰਡਰ ਨੂੰ ਪ੍ਰੋਟੈਕਟ ਕਰ ਰਹੇ ਆ। ਸੋ ਮੁੱਦਾ ਜਿਹੜਾ ਪੋਲੀਟੀਸਾਈਜ਼ ਕਰਨਾ ਪੰਜਾਬ ਪੁਲਿਸ ਨੂੰ ਔਰ ਲਿਆ ਕੇ ਤੰਜ ਕੱਸਣੇ, ਕਿਉਂਕਿ ਸਿੱਧੂ ਨੂੰ ਅਗਰ ਕੋਈ ਠੋਕਣਾ ਚਾਹੁੰਦਾ ਵਾ ਤੇ ਉਹ ਇਸ ਤਰੀਕੇ ਨਾਲ ਠੋਕਣਾ ਵੀ ਪੰਜਾਬ ਪੁਲਿਸ ਦਾ ਸਹਾਰਾ ਲੈ ਕੇ, ਇਹ ਗਲਤ ਆ। ਉਹਨਾਂ ਨੂੰ ਉਹਨਾਂ ਦੇ ਮੁੱਦਿਆਂ ਤੇ ਪਾਲਿਸੀਆਂ ਦੇ ਉੱਤੇ ਠੋਕਿਆ ਜਾਵੇ, ਲੇਕਿਨ ਇਹਦੇ ਵਿੱਚ ਪੰਜਾਬ ਪੁਲਿਸ ਬਦਨਾਮ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਪੰਜਾਬ ਪੁਲਿਸ ਦਾ ਮੋਰਲ ਡਾਊਨ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਪੋਲੀਟੀਕਲ ਫੋਰਸ ਨਹੀਂ ਆ। ਉਹਨੂੰ ਇਸ ਚੀਜ਼ ਦੇ ਵਿੱਚ ਆਪਾਂ ਨੂੰ ਨਹੀਂ ਧਕੇਲਣਾ ਚਾਹੀਦਾ। ਪੰਜਾਬ ਪੁਲਿਸ ਨੇ ਠੀਕ ਆ, ਉਹਦੇ ਵਿੱਚ ਪੰਜਾਬ ਪੁਲਿਸ 'ਚ ਵੀ ਮਾੜੇ ਕਈਆਂ ਦੇ ਮਾੜੇ ਅਫਸਰ ਆਏ ਆ, ਕਈ ਵਾਰ ਉਹਨਾਂ ਨੂੰ ਸਜ਼ਾਵਾਂ ਹੋਈਆਂ, ਸਸਪੈਂਡ ਹੋਏ, ਡਿਸਮਿਸ ਹੋਏ, ਲੇਕਿਨ ਓਵਰਆਲ ਅਗਰ ਫੋਰਸ ਦਾ ਗੱਲ ਕਰੀਏ, ਓਵਰਆਲ ਇੱਕ ਫੋਰਸ ਦੀ ਇੱਕ ਪਿਕਚਰ ਹੁੰਦੀ ਆ। ਉਹ ਫੋਰਸ ਨੂੰ ਆਪਾਂ ਨੂੰ ਪ੍ਰੋਟੈਕਟ ਕਰਨਾ ਸਾਡਾ ਸਾਰਿਆਂ ਦਾ ਫਰਜ਼ ਆ, ਕਿਉਂਕਿ ਅਲਟੀਮੇਟਲੀ ਉਹ ਸਾਨੂੰ ਉਹਨਾਂ ਨੇ ਜਿੱਦਾਂ ਨੇ ਸਾਨੂੰ ਪ੍ਰੋਟੈਕਸ਼ਨ ਦੇਣੀ ਆ, ਉਹਨਾਂ ਨੂੰ ਅਸੀਂ ਪ੍ਰੋਟੈਕਟ ਕਿਸ ਤਰੀਕੇ ਨਾਲ ਕਰਨਾ, ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਹੀ ਕਰ ਸਕਦੇ ਨਾ, ਉਹਨਾਂ ਦਾ ਮੋਰਲ ਨਹੀਂ ਥੱਲੇ ਦੇ ਸਕਦੇ। ਇੱਕ ਪੁਲਿਸ ਅਫਸਰ ਨੂੰ ਅਗਰ ਤੁਸੀਂ ਹੱਲਾਸ਼ੇਰੀ ਦਿਓਗੇ, ਅਗਰ ਪੁਲਿਸ ਅਫਸਰ ਦੀ ਉਹਦੀ ਤਾਰੀਫ ਕਰੋਗੇ, ਤੇ ਅਲਟੀਮੇਟਲੀ ਆਪਣੀ ਜਿਹੜੀ ਉਹਦਾ ਮੇਨ ਕੰਮ ਆ ਉਹਦੇ ਵਿੱਚ ਉਹ ਹੋਰ ਤਹਿ ਦਿਲੀ ਨਾਲ ਕੰਮ ਕਰੂਗਾ, ਜੋ ਕਿ ਉਹ ਕਰਦੇ ਵੀ ਆ। ਸੋ ਮੇਰੇ ਹਿਸਾਬ ਨਾਲ ਉਹਨਾਂ ਦੇ ਮੋਰਲ ਅਪ ਕਰਨਾ ਚਾਹੀਦਾ। ਕੋਈ ਵੀ ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨਾਲ ਉਹਦਾ ਮੋਰਲ ਡਾਊਨ ਹੋਵੇ। ਇਹ ਸਾਡਾ ਸਾਰਿਆਂ ਦਾ ਇੱਕ ਫਰਜ਼ ਹੋਣਾ ਚਾਹੀਦਾ। ਤੇ ਜੇ ਆਪਾਂ ਯੂਥ ਦੀ ਗੱਲ ਕਰ ਲਈਏ, ਕਿਉਂਕਿ ਜੇਕਰ ਕਿਸੇ ਦੇਸ਼ ਨੂੰ ਆਪਾਂ ਕਹਿ ਦਈਏ ਤਰੱਕੀ ਦੀਆਂ ਸਿਖਰਾਂ ਤੇ ਲੈ ਕੇ ਜਾਣਾ, ਤਾਂ ਜਿਹੜੇ ਯੰਗਸਟਰਸ ਨੇ, ਜਿਹੜਾ ਯੂਥ ਆ, ਉਹਦਾ ਇੱਕ ਬਹੁਤ ਵੱਡਾ ਰੋਲ ਹੁੰਦਾ। ਹੁਣ ਤੁਹਾਡੀ ਪਾਰਟੀ ਹੈ, ਜੇ ਆਪਾਂ ਗੌਰ ਕਰੀਏ ਤਾਂ ਸਾਰੇ ਜਿਹੜੇ ਸੀਨੀਅਰ ਲੀਡਰ ਨੇ, ਉਹ ਆਪਾਂ ਕਹਿ ਦਈਏ ਕਿ ਉਹ ਸਿਆਣੇ ਬੰਦੇ ਨੇ ਸਾਰੇ, ਕਿਉਂਕਿ ਜਿਹੜੇ ਹੰਡੇ ਹੋਏ ਨੇ ਸਿਆਸਤ ਦੇ ਵਿੱਚ। ਤੇ ਜੇ ਮੈਂ ਜਿੱਦਾਂ ਕਿ ਨਵੇਂ ਚਿਹਰਿਆਂ ਦੀ ਗੱਲ ਕਰ ਲਾਂ, MLA ਦਲਵੀਰ ਸਿੰਘ ਗੋਲਡੀ, ਉਹਨਾਂ ਨੇ ਕਾਂਗਰਸ ਦੇ ਵਿੱਚ ਆਏ, ਉਹਨਾਂ ਨੇ ਆਪਣਾ ਜਿਹੜਾ ਜਿੰਨਾ ਵੀ ਜ਼ੋਰ ਸੀਗਾ ਉਹਨਾਂ ਨੇ ਦਿਖਾਇਆ, ਪਰ ਉਹ ਕਿਤੇ ਨਾ ਕਿਤੇ MLA ਦੀ ਸੀਟ ਤੱਕ ਹੀ ਉਹ ਸਹਿਮਤ ਰਹਿ ਗਏ, ਉਸ ਤੋਂ ਅੱਗੇ ਤੱਕ ਉਹ ਨਹੀਂ ਵੱਧ ਸਕੇ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਘੱਟ ਮੌਕਾ ਦਿੱਤਾ ਜਾ ਰਿਹਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, ਇਹ ਤੁਹਾਡੀ ਸੋਚ ਆ। ਮੇਰੇ ਹਿਸਾਬ ਨਾਲ ਤੁਸੀਂ ਉਹਨਾਂ ਦਾ ਆਪਾਂ ਰਾਤੋਂ ਰਾਤ ਤਾਂ ਕੋਈ ਆਪਣਾ ਸੁਪਰਸਟਾਰ ਬਣ ਨਹੀਂ ਸਕਦਾ। ਜਿਵੇਂ ਤੁਸੀਂ ਦਲਵੀਰ ਗੋਲਡੀ ਦੀ ਗੱਲ ਕੀਤੀ, ਦਲਵੀਰ ਗੋਲਡੀ ਦਾ ਇੱਕ ਯੂਨੀਵਰਸਿਟੀ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਆ। MLA ਬਣਨਾ ਬਹੁਤ ਵੱਡੀ ਗੱਲ ਆ। MLA ਤੋਂ ਅੱਗੇ ਹੁਣ ਅੱਗੇ ਮਿਨਿਸਟਰ ਬਣੂਗਾ, ਅੱਗੇ ਹੋਰ ਜੋ ਉਹਨਾਂ ਨੂੰ ਪਾਰਟੀ ਜ਼ਿੰਮੇਵਾਰੀਆਂ ਦਊਗੀ ਉਹ ਮਿਲੂਗਾ। ਤੁਸੀਂ ਐਂ ਹੀ ਕਰੋ ਇੱਕ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਜਿਹੜੀ ਤੁਸੀਂ ਗੱਲ ਨੂੰ ਅਗਰ ਆਪਾਂ ਥੋੜ੍ਹਾ ਜਿਹਾ ਤੁਸੀਂ ਐਕਸਪਲੇਨ ਕਰੋਗੇ, ਤੇ ਅਕਾਲੀ ਦਲ, ਸੁਖਬੀਰ ਬਾਦਲ ਤੋਂ ਬਾਅਦ ਅਗਲੀ ਯੰਗ ਲੀਡਰ ਕੋਈ ਤੁਹਾਨੂੰ ਯਾਦ ਆ? ਕੋਈ ਨਾਮ ਤੁਸੀਂ ਲੈ ਕੇ ਦੇਖ ਲਓ, ਕੋਈ ਅਗਰ ਆਪਾਂ ਕੌਣ ਕੈਮਰਾ ਵਾ, ਕੋਈ ਕਹੋ ਯੰਗ ਲੀਡਰ ਜਿਹੜਾ ਉੱਭਰਿਆ ਹੋਵੇ, ਥੱਲੋਂ ਉੱਠ ਕੇ ਉੱਪਰ ਤੱਕ ਆਇਆ ਹੋਵੇ। ਮੇਰੇ ਹਿਸਾਬ ਨਾਲ ਆਪਾਂ ਨਹੀਂ ਨਿਕਲ ਸਕਾਂਗੇ। ਔਰ ਤੁਸੀਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਕੋ ਕੋਈ ਇੱਕ ਬੰਦਾ, ਕੇਜਰੀਵਾਲ ਤੋਂ ਬਾਅਦ ਦੂਜਾ ਨਾਮ ਅਗਰ ਪੰਜਾਬ ਦੇ ਲੀਡਰਾਂ ਦਾ ਵੀ ਲਵਾਂਗੇ ਤੇ ਭਗਵੰਤ ਮਾਨ ਦਾ ਆਊਗਾ। ਉਸ ਤੋਂ ਇਲਾਵਾ ਮੈਨੂੰ ਲੱਗਦਾ ਤੀਜੀ ਲਾਈਨ ਤੇ ਕੋਈ ਉਹਨਾਂ ਦਾ ਪੈਨ ਪੰਜਾਬ ਫੇਸ ਨਹੀਂ ਹੋਊਗਾ, ਵੀ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ। ਲੇਕਿਨ ਅਗਰ ਤੁਸੀਂ ਕਾਂਗਰਸ ਦੀ ਗੱਲ ਕਰੋਗੇ, ਤੁਸੀਂ ਅਗਰ ਗੱਲ ਕਰੋਗੇ, ਸਭ ਤੋਂ ਪਹਿਲਾਂ ਤਾਂ ਸਾਡੇ, ਤੁਸੀਂ ਜਿਵੇਂ ਨਵਜੋਤ ਸਿੱਧੂ ਦਾ ਨਾਮ ਲੈ ਲੈਂਦੇ ਹੋ, ਤੁਸੀਂ CM ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ, ਸਾਡੇ ਕੈਂਪੇਨ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਆ, ਠੀਕ ਆ। ਔਂ ਹੀ ਤੁਸੀਂ ਅਗਰ ਇਹ ਤਾਂ ਟੌਪ ਮੋਸਟ ਲੀਡਰਸ਼ਿਪ ਹੋਗੀ ਨਾ, ਇਸ ਤੋਂ ਥੱਲੇ ਆਓਗੇ ਤੁਸੀਂ ਵੇਖੋ ਰਾਜਾ ਵੜਿੰਗਾ, ਅੱਜ ਉਹ ਸੈਕੰਡ ਟਾਈਮ MLA ਆ ਸਿਰਫ। ਰਵਨੀਤ ਬਿੱਟੂ ਆ, ਉਹ 3 ਟਾਈਮ MP ਆ। ਇਹ ਸਾਰੇ ਯੂਥ ਕਾਂਗਰਸ ਚੋਂ ਨਹੀਂ। ਮੈਂ ਤਾਂ ਸਰ ਤੁਹਾਨੂੰ ਯੂਥ ਕਾਂਗਰਸ ਦੇ ਨਿਕਲੇ ਚ ਨਾਮ ਦੇ ਰਿਹਾ, ਇਸ ਤੋਂ ਇਲਾਵਾ ਹਾਲੇ ਮੈਂ ਉਹ ਨਹੀਂ ਦਊਂਗਾ। ਵਿਜੇਂਦਰ ਸਿੰਗਲਾ ਵਾ, ਯੂਥ ਕਾਂਗਰਸ ਦੇ ਪ੍ਰਧਾਨ ਰਹੇ, ਅੱਜ ਮੰਤਰੀ ਆ। ਔਂ ਹੀ ਤੁਸੀਂ ਅਗਰ ਅੱਗੇ ਜਾਓਗੇ, ਰਵਿੰਦਰ ਆਮਲਾ ਵਾ, ਯੂਥ ਕਾਂਗਰਸ ਦੇ ਪ੍ਰਧਾਨ ਰਹੇ ਆ, ਅੱਜ MLA ਆ, AICC ਆਲ ਇੰਡੀਆ ਦੇ ਸੈਕਟਰੀ ਆ। ਡੈਣੀ ਜੀ ਆ, ਯੂਥ ਕਾਂਗਰਸ ਦੇ ਜਨਰਲ ਸੈਕਟਰੀ ਰਹੇ ਆ, ਆਪਣਾ ਕੀ ਕਹਿੰਦੇ ਆਲ ਇੰਡੀਆ ਦੇ ਵਿੱਚ ਆਪਣਾ MP ਦੀ ਇਲੈਕਸ਼ਨ ਲੜੇ, ਅੱਜ ਫਸਟ ਟਾਈਮ MLA ਆ। ਮੈਂ ਤੁਹਾਨੂੰ ਇਹੋ ਜਿਹੇ ਬੜੇ ਸੈਂਕੜੇ ਨਾਮ ਗਿਣਾ ਸਕਦਾ, ਜਿਹੜੇ ਅੱਜ ਇੱਕ ਪਾਰਟੀ ਦੇ ਕੈਡਰ ਚੋਂ ਨਿਕਲ ਕੇ ਅੱਜ ਆਪਣੇ ਏਰੀਏ ਦੇ ਵਿੱਚ ਨਹੀਂ, ਜਦਕਿ ਪੈਨ ਪੰਜਾਬ ਉਹਨਾਂ ਦਾ ਕਿਤੇ ਨਾ ਕਿਤੇ ਨਾਮ ਆ, ਵਰਕਿੰਗ ਪ੍ਰੈਜ਼ੀਡੈਂਟ ਆ ਉਹ ਪੰਜਾਬ ਦੇ। ਸੋ ਮੈਂ ਤੁਹਾਨੂੰ ਇਸ ਕਰਕੇ ਇਹ ਗੱਲਾਂ ਕਹਿ ਰਿਹਾ ਵਾਂ ਵੀ ਇਹ ਕਾਂਗਰਸ ਦਾ ਔਰ ਬਾਕੀ ਪਾਰਟੀਆਂ ਦਾ ਫਰਕ ਆ, ਜਿਹੜਾ ਲੋਕਾਂ ਨੂੰ ਦੇਖਣਾ ਚਾਹੀਦਾ ਵਾ। ਇਹਨਾਂ ਦੇ ਇੱਥੇ ਨੌਜਵਾਨਾਂ ਨੂੰ ਮੌਕਾ ਵਾ। ਇੱਥੇ ਰਾਜਨੀਤੀ ਵਿੱਚ ਠੀਕ ਆ, ਅਸੀਂ ਬੋਲਦੇ ਹਾਂ, ਸਭ ਕੁਝ ਹੈਗਾ, ਗੱਲਬਾਤ ਹੈਗਾ, ਲੇਕਿਨ ਮੈਂ ਮੈਂ ਹਾਰਿਆ ਅੱਜ ਇਲੈਕਸ਼ਨ, ਲੇਕਿਨ ਅੱਜ ਮੈਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਆ। ਅੱਜ ਮੇਰੇ ਕੋਲ ਇੱਕ ਮੌਕਾ ਵਾ, ਇੱਕ ਮਤਲਬ ਮੇਰੇ ਵਰਗੇ ਆਮ ਘਰਾਂ ਚੋਂ ਮੁੰਡੇ ਉੱਠੇ, ਇਹੋ ਜਿਹੇ ਕਿਸੇ ਹੋਰ ਪਾਰਟੀ 'ਚ ਮੌਕਾ ਨਹੀਂ ਮਿਲ ਸਕਦਾ ਸੀ। ਤੁਸੀਂ ਮੈਨੂੰ ਦੱਸੋ, ਕੇਜਰੀਵਾਲ ਨੇ ਕਿਹੜੇ ਆਮ ਘਰਾਂ ਦੇ ਮੁੰਡਿਆਂ ਨੂੰ, ਆਮ ਆਦਮੀ ਦੀ ਗੱਲ ਕਰਨ ਵਾਲਿਆਂ ਨੇ ਕਿੰਨੇ ਕੁ ਆਮ ਘਰਾਂ ਦੇ ਮੁੰਡਿਆਂ ਨੂੰ ਲਿਆ ਕੇ ਅੱਗੇ ਤੱਕ ਪ੍ਰੋਪੋਗੇਟ ਕੀਤਾ? ਨਹੀਂ ਕੀਤਾ। ਸੋ ਇਹ ਸੱਚਾਈ ਆ, ਅਸਲੀਅਤ ਆ, ਜਿਹੜੀ ਲੋਕਾਂ ਨੂੰ ਦੇਖਣੀ ਚਾਹੀਦੀ। ਔਰ ਇਹ ਫੈਕਚੁਅਲ ਗੱਲਾਂ ਵਾ, ਐਵੇਂ ਕਹਿਣਾ, ਬਿਆਨਬਾਜ਼ੀਆਂ, ਭਾਸ਼ਣਾਂ ਔਰ ਸਿਰਫ ਆਪਣਾ ਕਹਿੰਦੇ ਸ਼ਬਦਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੈ।
ਜਿਵੇਂ ਕਿ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਹਾਰੇ, ਉਸ ਤੋਂ ਬਾਅਦ ਵੀ ਤੁਸੀਂ ਪਾਰਟੀ ਦੇ ਨਾਲ ਜੁੜੇ ਰਹੇ ਹੋ, ਤੇ ਹੁਣ ਇਸ ਵਾਰ ਆਪਣੀ ਦਾਅਵੇਦਾਰੀ ਨੂੰ ਕਿੰਨੀ ਕੁ ਠੋਕਵੀਂ ਮੰਨਦੇ ਹੋ ਤੁਸੀਂ? ਦੇਖੋ ਮੈਂ ਤਾਂ ਬੰਦਾ ਤਾਂ ਹਰ ਕੋਈ ਆਪਣੇ ਆਪ ਨੂੰ ਠੋਕਵਾਂ ਮੰਨਦਾ ਹੀ ਹੁੰਦਾ ਨਾ, ਬੰਦਾ ਤਾਂ ਹੀ ਇਸ ਵਿਸ਼ਵਾਸ ਤੇ ਤੁਰੇ ਫਿਰਦੇ। ਅੱਜ ਵੀ ਆਪਾਂ ਤੁਸੀਂ ਵੇਖੋ ਨੂਰਪੁਰ ਬੇਦੀ ਘੁੰਮ ਰਹੇ ਹਾਂ, ਸਵੇਰੇ ਰੋਪੜ ਦੇ ਵਾਲੇ ਪਾਸੇ, ਮਤਲਬ ਅਸੀਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਹੀ ਰਹੇ ਹਾਂ ਜਿੰਨਾ ਕੁਛ ਹੈਗਾ ਵਾ। ਔਰ ਇਹ ਤੁਸੀਂ ਵੇਖੋ, ਅਗਰ ਤੁਸੀਂ ਤੁਹਾਡੇ ਕੋਲ ਤੁਸੀਂ ਵਾਪਸ ਚੱਲ ਜਾਣਾ, ਲੇਕਿਨ ਆਓ ਤੁਸੀਂ ਕੈਮਰਿਆਂ ਦੇ ਵਿੱਚ ਤੁਹਾਨੂੰ ਇਸ ਚੀਜ਼ਾਂ ਨੂੰ ਕੈਦ ਕਰੋ। ਅੱਜ ਨੌਜਵਾਨਾਂ ਦਾ, ਅੱਜ ਸਾਡਾ ਸਟੂਡੈਂਟਸ ਵਿੰਗ ਦਾ ਇਕੱਠ ਹੈਗਾ ਵਾ, ਸੋ ਉੱਥੇ ਤੁਸੀਂ ਵੇਖੋਗੇ ਨੌਜਵਾਨਾਂ 'ਚ ਜੋਸ਼ ਹੋਊਗਾ। ਸੋ ਸਾਨੂੰ ਬੜਾ ਠੋਕਵਾਂ ਇਹ ਚੀਜ਼ ਨੂੰ ਲੱਗਦਾ, ਕਿਉਂਕਿ ਮੇਰਾ ਮਕਸਦ ਇਕੱਲਾ ਇਹ ਨਹੀਂ ਆ, ਮੈਂ ਤੁਹਾਨੂੰ ਇੱਕ ਆਪਣੀ ਗੱਲ ਕਹਾਂ ਵੀ MLA ਬਣ ਕੇ ਬਸ ਮੈਂ ਕੁਛ ਇਹ ਕਰਨਾ। ਮੇਰਾ ਮਕਸਦ ਇਹ ਆ ਵੀ ਮੇਰੇ ਵਰਗੇ ਨੌਜਵਾਨ ਹੋਰ ਇਸ ਫੀਲਡ ਵਿੱਚ ਆ, ਜਾਂ ਨਹੀਂ ਇਸ ਫੀਲਡ ਵਿੱਚ ਆ ਸਕਦੇ, ਤੇ ਮੈਂ ਇਸ ਫੀਲਡ ਵਿੱਚ ਰਹਿ ਕੇ ਉਹ ਨੌਜਵਾਨਾਂ ਦੀ ਮਦਦ ਕਰ ਸਕਾਂ ਜਿਨ੍ਹਾਂ ਨੂੰ ਅਪਰਚੂਨਿਟੀ ਨਹੀਂ ਮਿਲਦੀ, ਜਿਹੜੇ ਕਿਤੇ ਨਾ ਕਿਤੇ ਮੈਰਿਟ ਔਰ ਇਹ ਚੀਜ਼ਾਂ ਦੇ ਵਿੱਚ ਉੱਪਰ ਨੀਚੇ ਰਹਿੰਦੇ ਆ। ਸੋ ਇਸ ਕਰਕੇ ਸਾਡੀ ਇਹ ਕੋਸ਼ਿਸ਼ ਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਦਰੁਸਤ ਕਰਕੇ ਇਹ ਜਿਹੜਾ ਸਿਸਟਮ ਜਿਹਦੇ ਬਾਰੇ ਆਪਾਂ ਤੁਸੀਂ ਸਾਰੇ, ਤੁਸੀਂ ਵੀ ਨੌਜਵਾਨ ਹੋ, ਤੁਸੀਂ ਵੀ ਬੜੇ ਸਿਸਟਮ ਨਾਲ ਲੜਾਈ ਲੜੇ ਹੋਗੇ। ਹਰ ਜਗ੍ਹਾ ਦੇ ਕੋਈ ਨਾ ਕੋਈ ਸਿਸਟਮ ਹੁੰਦਾ ਜਿਹਦੇ ਨਾਲ ਨੌਜਵਾਨ ਲੜ ਰਿਹਾ ਹੁੰਦਾ, ਲੇਕਿਨ ਉਹ ਸਿਸਟਮ ਦੇ ਖਿਲਾਫ ਲੜਨ ਦੇ ਨਾਲ ਨਾਲ ਉਹਨੂੰ ਕਿਤੇ ਨਾ ਕਿਤੇ ਇਹ ਵਿਸ਼ਵਾਸ ਰਹਿਣਾ ਚਾਹੀਦਾ ਸਿਸਟਮ 'ਚ ਵੀ, ਨਹੀਂ ਸਿਸਟਮ 'ਚ ਮੇਰੀ ਸੁਣਵਾਈ ਹੋਊਗੀ, ਇਹ ਸਿਸਟਮ ਮੈਨੂੰ ਬਿਲਕੁਲ ਥੱਲੇ ਤੱਕ ਨਹੀਂ ਧੱਕੂਗਾ, ਇਸ ਸਿਸਟਮ ਦੇ ਵਿੱਚ ਮੇਰਾ ਵੀ ਕੋਈ ਹਿੱਸਾ ਰਹੂਗਾ। ਉਹ ਸਰਕਾਰ ਹੋਵੇ, ਉਹ ਪੁਲਿਸ ਹੋਵੇ, ਉਹ ਭਾਵੇਂ ਪ੍ਰਸ਼ਾਸਨ ਹੋਵੇ, ਉਹਨਾਂ ਸਾਰਿਆਂ ਦਾ ਆਪਣਾ ਕੀ ਕਹਿੰਦੇ ਇਹ ਕੋਸ਼ਿਸ਼ ਰਹੂਗੀ ਵੀ ਉਹ ਜਿਹੜਾ ਰਾਜਨੀਤੀ ਆ, ਭਾਵੇਂ ਉਹ ਨੌਕਰੀਆਂ ਵਾ, ਭਾਵੇਂ ਉਹ ਕੋਈ ਰੁਜ਼ਗਾਰ ਆ, ਭਾਵੇਂ ਉਹ ਕੋਈ ਬਿਜ਼ਨਸ ਆ, ਜਦ ਤੱਕ ਲੋਕਾਂ ਨੂੰ ਇਹ ਨਹੀਂ ਲੱਗੂਗਾ ਵੀ ਅਸੀਂ ਇਹਨਾਂ ਚੀਜ਼ਾਂ ਦਾ ਹਿੱਸਾ ਵਾਂ ਜਾਂ ਸਾਡੇ ਕੋਲ ਓਪਰਚੁਨਿਟੀ ਨਹੀਂ ਹੈਗੀ, ਉਦੋਂ ਤੱਕ ਰਾਜਨੀਤੀ ਸਹੀ ਨਹੀਂ ਹੋ ਸਕਦੀ। ਜਿਹੜੀ ਸਿਸਟਮ ਦੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ, ਸਾਡੀ ਇਹੀ ਕੋਸ਼ਿਸ਼ ਆ ਵੀ ਹਰ ਹਾਲ ਦੇ ਵਿੱਚ ਇਹੋ ਜਿਹੇ ਨੌਜਵਾਨ ਜਿਹੜੇ ਆਪਣੇ ਆਪ ਨੂੰ ਪਾਸੇ ਸਮਝਦੇ ਆ, ਭਾਵੇਂ ਅਗਰ ਅਸੀਂ ਰਾਜਨੀਤੀ 'ਚ ਆਏ ਹਾਂ ਤਾਂ ਅਸੀਂ ਇਹੋ ਜਿਹੇ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਮੌਕਾ ਦਵਾ ਸਕੀਏ। ਇਹੀ ਕੋਸ਼ਿਸ਼ ਔਰ ਇਹੀ ਰਾਜਨੀਤੀ ਦਾ ਮਕਸਦ ਆ। ਬਾਕੀ MLA ਦਾ ਮੇਰੀ ਠੋਕਵੀਂ ਦਾਅਵੇਦਾਰੀ ਆ ਨਹੀਂ ਆ, ਮੈਂ ਆਪਣਾ ਕੀ ਕਹਿੰਦੇ MLA ਇੱਥੋਂ ਬਣੂੰਗਾ, ਗੱਲ ਇਹ MLA ਬਣਨ ਤੱਕ ਸੀਮਤ ਨਹੀਂ ਰਹਿੰਦੀ। ਉਸ ਤੋਂ MLA ਬਣਨ ਤੋਂ ਬਾਅਦ ਤੁਸੀਂ ਅੱਗੇ ਕੀ ਕਰਨਾ, MLA ਤੋਂ ਬਾਅਦ ਤੁਸੀਂ ਅੱਗੇ ਤੁਹਾਡੀ ਸੋਚ ਕੀ ਆ, ਤੁਹਾਡਾ ਮਕਸਦ ਕੀ ਆ। ਔਰ MLA ਬਣਾਉਣ ਤੋਂ ਬਾਅਦ ਅਕਸਰ ਆਪਾਂ ਵੇਖੀ ਦਾ ਕਈ ਵਨ ਟਾਈਮ ਬਣਦੇ, ਕਈ ਦੋ ਹਾਰ ਜਾਂਦੇ ਆ, ਜਿੱਤ ਜਾਂਦੇ ਆ। ਔਰ ਇਸ ਕਰਕੇ ਬੜਾ ਇੰਪੋਰਟੈਂਟ ਆ ਵੀ MLA ਬਣਨ ਤੋਂ ਬਾਅਦ ਤੁਸੀਂ ਕਰਨਾ ਕੀ ਆ, ਉਹ ਸਭ ਤੋਂ ਇੰਪੋਰਟੈਂਟ ਚੀਜ਼ ਆ। ਔਰ ਉਹ ਤਾਂ ਹੀ ਬੰਦੇ ਭਾਸ਼ਣਾਂ ਨਾਲ ਕਹਿ ਦਿੰਦੇ ਮੈਂ ਆਹ ਕਰ ਦੂੰਗਾ, ਮੈਂ ਉਹ ਨਹੀਂ, ਜਿਨ੍ਹਾਂ ਦੇ ਪਿਛੋਕੜ 'ਚ, ਜਿਨ੍ਹਾਂ ਨੇ ਪਿੱਛੇ ਕੁਛ ਨਹੀਂ ਕੀਤਾ, ਉਹਨਾਂ ਨੇ ਅੱਗੇ ਵੀ ਕੀ ਕਰਨਾ। ਸੋ ਇਸ ਕਰਕੇ ਉਸ ਹਿਸਾਬ ਨਾਲ ਸਾਨੂੰ ਸੋਚਣਾ ਚਾਹੀਦਾ ਔਰ ਉਹ ਅਸੀਂ ਫੈਸਲਾ ਕਰਾਂਗੇ। ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਤੁਹਾਡੀ ਪਾਰਟੀ ਦੇ ਨਾਲ ਜੁੜੇ ਰਹੇ ਹੋ ਲੰਮੇ ਸਮੇਂ ਤੋਂ, ਜਿਹੜਾ ਉਹਨਾਂ ਨੇ ਪਾਰਟੀ ਦੇ ਲਈ ਕੰਮ ਕੀਤਾ, ਪਰ ਉਸ ਤੋਂ ਬਾਅਦ ਚਲੋ ਗੱਲਾਂ ਹੋਈਆਂ, ਤੁਹਾਡੇ ਰਾਸਤੇ ਵੱਖ ਹੋ ਗਏ। ਉਸ ਤੋਂ ਬਾਅਦ BJP ਦੇ ਨਾਲ ਤੁਹਾਡਾ ਪਹਿਲਾਂ ਤੋਂ ਹੀ ਰੌਲਾ ਰਿਹਾ, ਕਿਉਂਕਿ ਟਰੈਕਟਰ ਫੂਕਿਆ ਉਦੋਂ ਵੀ ਬਹੁਤ ਰੌਲਾ ਪਿਆ ਸੀਗਾ, ਤੇ ਕਿਸਾਨੀ ਅੰਦੋਲਨ ਵੀ ਸਿਰਫ ਉਸੇ ਕੰਮ ਕਰਕੇ ਸ਼ੁਰੂ ਹੋਇਆ ਕਿ BJP ਨੇ ਕੋਈ ਨਾ ਕੋਈ ਸਟੈਪ ਲਿਆ ਕਿਸਾਨਾਂ ਦੇ ਖਿਲਾਫ। ਤਾਂ ਕਰਕੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ BJP ਦੇ ਨਾਲ ਹੀ ਜਿਹੜਾ ਗੱਠਜੋੜ ਕਰ ਲਿਆ, ਕਿਸ ਤਰ੍ਹਾਂ ਤੁਸੀਂ ਮੰਨਦੇ ਹੋ ਇਸ ਫੈਸਲੇ ਨੂੰ ਉਹਨਾਂ ਦੇ ਨੂੰ? ਦੇਖੋ ਕੈਪਟਨ ਅਮਰਿੰਦਰ ਸਿੰਘ ਤੇ ਬੜੀ ਹੈਰਾਨਗੀ ਵਾਲੀ ਗੱਲ ਹੋਈ। ਦੇਖੋ ਮੈਂ ਬੜਾ ਹੈਰਾਨ ਹੋਇਆ, ਮੈਂ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਇੱਜ਼ਤ ਕਰਦਾ ਸੀ, ਅੱਜ ਵੀ ਬਤੌਰ ਇਨਸਾਨ ਮੈਂ ਉਹਨਾਂ ਦੀ ਜ਼ਰੂਰ ਇੱਜ਼ਤ ਕਰਦਾ ਵਾਂ, ਕਿਉਂਕਿ ਬੜਾ ਲੰਬਾ ਇਤਿਹਾਸ ਰਿਹਾ, ਉਸ ਇਤਿਹਾਸ ਨੂੰ ਨਕਾਰਿਆ ਨਹੀਂ ਜਾ ਸਕਦਾ। ਲੇਕਿਨ ਆਹ ਜਿਹੜਾ ਉਹਨਾਂ ਦਾ ਫੈਸਲਾ ਨਾ, ਇਹਦੇ ਵਿੱਚ ਮੈਨੂੰ ਇਹ ਲੱਗਦਾ ਉਹਨਾਂ ਨੇ ਆਪਣੀ ਛਵੀ ਦੇ ਵਿੱਚ, ਉਹਨਾਂ ਨੇ ਆਪਣਾ ਜਿਹੜਾ ਇਹ ਉਹਨਾਂ ਦੀ ਜਿਹੜੀ ਛਵੀ ਸੀ ਉਹਨੂੰ ਬੜੀ ਢਾਹ ਲੱਗੀ। ਬਿਲਕੁਲ ਪੰਜਾਬ ਦੇ ਵਿੱਚ ਉਹਨਾਂ ਨੂੰ ਅਕ੍ਰੋਸ ਪਾਰਟੀ ਲਾਈਨਸ, ਅਕ੍ਰੋਸ ਪਹਿਲੋਂ ਉਹਨਾਂ ਨੂੰ ਲੋਕੀ ਮੰਨਦੇ ਸੀ ਵੀ ਨਹੀਂ ਲੀਡਰ ਆ ਪੰਜਾਬ ਦਾ, ਬੇਸ਼ੱਕ ਕੋਈ ਵੋਟ ਪਾਉਂਦਾ ਸੀ ਨਹੀਂ ਪਾਉਂਦਾ ਸੀ, ਲੇਕਿਨ ਐਜ਼ ਅ ਲੀਡਰ ਮੰਨਦੇ ਸੀ। ਇਹ ਚੀਜ਼ ਨਾਲ ਉਹ BJP ਦੇ ਥੱਲੇ ਲੱਗਣਾ ਔਰ BJP ਦੇ ਨਾਲ ਰਾਜਨੀਤੀ ਰਲ ਕੇ ਕਰਨਾ ਔਰ ਕਾਂਗਰਸ ਨੂੰ ਹੈਰਾਨ ਕਰਕੇ ਕਰਨਾ, ਇਹਦੇ ਵਿੱਚ ਉਹਨਾਂ ਦੀ ਛਵੀ ਨੂੰ ਕਿਤੇ ਨਾ ਕਿਤੇ ਮੇਰੀ ਨਜ਼ਰ ਦੇ ਵਿੱਚ ਤਾਂ ਫਰਕ ਪਿਆ ਵਾ। ਬਾਕੀ ਲੋਕਾਂ ਦੀ ਹਰੇਕ ਦੀ ਆਪਣੀ ਆਪਣੀ ਰਾਏ ਆ, ਕਿਸੇ ਨੂੰ ਇਹ ਚੰਗਾ ਲੱਗ ਸਕਦਾ, ਕਿਸੇ ਨੂੰ ਇਹ ਲੇਕਿਨ ਬਤੌਰ, ਕਿਉਂਕਿ ਮੈਂ ਉਹਨਾਂ ਨਾਲ ਜੁੜਿਆ ਰਿਹਾ, ਮੈਂ ਉਹਨਾਂ ਦੇ ਨਾਲ ਰਾਜਨੀਤੀ ਦਾ ਇੱਕ ਲੰਬਾ ਸਫ਼ਰ ਤੈਅ ਕੀਤਾ, ਮੈਂ ਉਹਨਾਂ ਦੇ ਇਸ ਫੈਸਲੇ ਤੋਂ, ਉਹ ਸਾਡੇ ਤੋਂ ਜ਼ਿਆਦਾ ਸਿਆਣੇ ਆ, ਕੀ ਪਤਾ ਉਹਨਾਂ ਨੂੰ ਜ਼ਿਆਦਾ ਕੁਝ ਦਿਖਦਾ ਹੋਵੇ, ਲੇਕਿਨ ਸਾਡੀ ਸਮਝ ਦੇ ਮੁਤਾਬਕ ਇਹ ਉਹਨਾਂ ਨੇ ਬੜਾ ਗਲਤ ਫੈਸਲਾ ਕੀਤਾ। ਔਰ ਉਹਨਾਂ ਨੇ ਆਪਣੀ ਜਿਹੜਾ ਇੰਨਾ ਲੰਬਾ ਉਹਨਾਂ ਦਾ ਇਤਿਹਾਸ ਸੀਗਾ, ਉਹਦੇ ਤੇ ਉਹਨਾਂ ਨੇ ਇਹ ਕਿਤੇ ਨਾ ਕਿਤੇ ਇੱਕ ਸਵਾਲੀਆ ਚਿੰਨ੍ਹ ਖੜੇ ਕਰ ਦਿੱਤੇ ਇਸ ਫੈਸਲੇ ਨੂੰ। ਔਰ ਇਹ ਅੰਦਰੋਂ ਅੰਦਰੀ ਇਹ ਜਿਹੜਾ ਫੈਸਲਾ ਵਾ ਉਹਨਾਂ ਦਾ ਸਹੀ ਨਹੀਂ ਰਹੂਗਾ। ਕਿੱਥੇ ਇਹ ਜਿਹੜਾ ਪਾਰਟੀ ਦੇ ਭਵਿੱਖ ਬਾਰੇ ਤੁਸੀਂ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜੀ ਪਾਰਟੀ ਹੈ ਗੱਠਜੋੜ ਦੀ ਪਾਰਟੀ ਨੇ, ਕੈਪਟਨ ਸਾਹਿਬ ਦੀ ਨਵੀਂ ਪਾਰਟੀ ਤੇ BJP, ਇਹ ਗੱਠਜੋੜ ਇਹ ਕਿੱਥੇ ਤੱਕ ਜਾਊਗਾ? ਕੀ ਭਵਿੱਖ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਇਹਨਾਂ ਦਾ? ਇਹਦਾ ਕੋਈ ਭਵਿੱਖ ਨਹੀਂ ਹੈਗਾ। ਤੇ ਕਿਸੇ ਦਾ ਕੀ ਭਵਿੱਖ ਹੋ ਸਕਦਾ? BJP ਦਾ ਪੰਜਾਬ ਦੇ ਵਿੱਚ ਬਹੁਤ ਮੁਸ਼ਕਿਲ ਆ ਵੀ BJP ਇੱਥੇ ਕਿਤੇ ਵੀ ਕੁਛ ਆਪਣਾ ਆਧਾਰ ਬਣਾ ਸਕੇ, ਕਿਉਂਕਿ ਤੁਸੀਂ ਕੀ ਸਮਝਦੇ ਪੰਜਾਬ ਨੂੰ? 1.5 ਸਾਲ ਤੁਸੀਂ ਕਿਸਾਨਾਂ ਨੂੰ ਉੱਥੇ ਬਿਠਾ ਕੇ ਰੱਖਿਆ, ਤੇ ਅੱਜ ਤੁਸੀਂ ਆ ਕੇ ਕਿਸਾਨਾਂ ਦੇ ਹੱਕ ਵਿੱਚ 3-4 ਅਨਾਉਂਸਮੈਂਟ ਕਰਕੇ ਕਿਸਾਨਾਂ ਨੂੰ ਮਗਰ ਲਾ ਲੋਗੇ।
ਸੋ ਇਹ ਬੀਜੇਪੀ ਦਾ ਜੋ ਰਾਜਨੀਤੀ ਆ, ਮੈਂ ਕਹਿੰਦਾ ਬੀਜੇਪੀ ਤਾਂ ਪੰਜਾਬ ਨੂੰ ਪਾੜ ਕੇ ਰੱਖ ਦੂਗੀ। ਬੀਜੇਪੀ ਜਿਹੜੀ ਆ ਉਹ ਤਾਂ ਪੰਜਾਬ ਨੂੰ ਪਾੜ ਕੇ ਰੱਖ ਦੂਗੀ, ਔਰ ਇਸ ਚੀਜ਼ ਨੂੰ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ। ਅਗਰ ਆਪਾਂ ਇਸ ਪੱਖੋਂ ਨਹੀਂ ਬਚ ਸਕਾਂਗੇ, ਇਹ ਸਾਡੇ ਸਾਰਿਆਂ ਦੀ ਸਾਂਝੀ ਪ੍ਰੋਬਲਮ ਆ, ਜਿਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਟੈਕਲ ਕਰੀਏ ਔਰ ਅਸੀਂ ਇਹਨੂੰ ਕਿਤੇ ਸਿਰੇ ਚੜਾਈਏ। ਕਿਉਂਕਿ ਅਗਰ ਆਪਾਂ ਬੀਜੇਪੀ ਨੂੰ ਇਹ ਸਮਝ ਲਿਆ ਵੀ ਇਹ ਪੋਲੀਟੀਕਲ ਪਾਰਟੀ ਆ ਬਾਕੀਆਂ ਵਾਂਗੂ, ਤੇ ਇਹਨਾਂ ਨੇ ਜੋ ਰਾਜਨੀਤੀ ਸਾਰੇ ਹਿੰਦੁਸਤਾਨ 'ਚ ਕੀਤੀ ਆ, ਪਾੜਨ ਦੀ, ਲੋਕਾਂ ਨੂੰ ਇੱਕ ਪਾਸੇ ਰੱਖਣ ਦੀ, ਤੇ ਇਹ ਸਾਰਾ ਕੁਝ ਖਤਮ ਹੋ ਜਾਊਗਾ। ਤੇ ਜੇ ਆਪਾਂ ਹੁਣ ਗੱਲ ਕਰੀਏ ਇਸ ਤੋਂ ਬਾਅਦ, ਕਿਉਂਕਿ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਚੰਨੀ ਸਰਕਾਰ ਹੈ ਜਿਹੜੀ ਉਹ ਮਸਲੇ ਹੱਲ ਨਹੀਂ ਕਰਦੀ, ਸਿਰਫ ਇਹਨਾਂ ਨੇ ਸਲੋਗਨ ਬਣਾ ਕੇ ਰੱਖਿਆ ਹੋਇਆ, ਬੋਰਡਿੰਗਸ ਦੇ ਉੱਤੇ ਪੈਸੇ ਖਰਚ ਕਰੀ ਜਾਂਦੇ ਨੇ, ਐਲਾਨ ਕਰੀ ਜਾਂਦੇ ਨੇ, ਪਰ ਪੂਰਾ ਕੋਈ ਐਲਾਨ ਕੀਤਾ ਨਹੀਂ ਹਲੇ ਤੱਕ। ਇਹ ਕਿਹਾ ਜਾ ਰਿਹਾ ਕਿਉਂਕਿ ਖਰੜ ਦੇ ਵਿੱਚ ਚਾਹੇ ਉਹ ਉਹਨਾਂ ਦੀ ਖੁਦ ਦਾ ਇਲਾਕਾ ਹੈ ਮੁੱਖ ਮੰਤਰੀ ਸਾਹਿਬ ਦਾ, ਲੇਕਿਨ ਉੱਥੇ ਵੀ ਲਗਾਤਾਰ ਧਰਨੇ ਪ੍ਰਦਰਸ਼ਨ, ਅਧਿਆਪਕ ਨੇ ਜਿਹੜੇ ਸੜਕਾਂ ਤੇ ਡਾਂਗਾ ਖਾ ਰਹੇ ਨੇ, ਠੰਡ ਦੇ ਵਿੱਚ ਟੈਂਕੀਆਂ ਦੇ ਉੱਤੇ ਚੜੇ ਬੈਠੇ ਨੇ, ਬੇਰੁਜ਼ਗਾਰ ਉੱਥੇ ਸੜਕਾਂ ਤੇ ਰੁਲਦੇ ਫਿਰਦੇ ਨੇ। ਮੇਰੇ ਹਿਸਾਬ ਨਾਲ ਉਹਨੇ ਬੰਦੇ ਤੜਕੇ ਉੱਠ ਕੇ ਕੰਮ ਤੇ ਨਹੀਂ ਜਾਂਦੇ ਹੋਣੇ ਜਿੰਨੇ ਧਰਨੇ ਪ੍ਰਦਰਸ਼ਨਾਂ ਕਰਨੀ ਨੂੰ ਚੱਲ ਜਾਂਦੇ ਨੇ। ਤੁਹਾਡਾ ਕੀ ਵਿਚਾਰ ਨੇ ਇਸ ਦੇ ਬਾਰੇ, ਕੀ ਸੋਚਦੇ? ਦੇਖੋ, ਪਹਿਲੀ ਗੱਲ ਤਾਂ ਜੋ ਧਰਨਾ ਲਾਂਦਾ ਉਹਦੀ ਕੋਈ ਨਾ ਕੋਈ ਵਿਚਾਰੇ ਦੀ ਮਜਬੂਰੀ ਹੁੰਦੀ, ਕੋਈ ਸ਼ੌਕ ਨਾਲ ਤਾਂ ਲਾਂਦਾ ਨਹੀਂ। ਲੇਕਿਨ ਮੈਂ ਇਹ ਵੀ ਕਹੂੰਗਾ ਵੀ ਇਹ ਵੀ ਨਹੀਂ ਆ, ਜਿਨ੍ਹਾਂ ਦੇ ਕੰਮ ਹੋ ਜਾਂਦੇ ਆ ਕਈ ਵਾਰ ਉਹ ਸਾਹਮਣੇ ਨਹੀਂ ਆਉਂਦੇ। ਜਿਹਦਾ ਕੰਮ ਨਹੀਂ ਹੁੰਦਾ ਉਹ ਸਾਹਮਣੇ ਆਉਂਦਾ, ਉਹ ਕਿਤੇ ਨਾ ਕਿਤੇ ਆਪਣਾ ਰੋਸ ਜ਼ਾਹਿਰ ਕਰਦਾ ਔਰ ਉਹ ਕੈਮਰੇ ਤੇ ਕੈਦ ਹੋ ਜਾਂਦਾ। ਬਹੁਤ ਲੋਕਾਂ ਦੇ ਕੰਮ ਹੋਏ ਵੀ ਆ। ਕੱਲ੍ਹ ਹੀ ਮੈਂ ਰੋਪੜ ਦੇ ਵਿੱਚ 114 ਕੰਟਰੈਕਚੁਅਲ EMPLOYEES ਨੂੰ, ਜਿਨ੍ਹਾਂ ਨੇ ਪਹਿਲਾਂ ਧਰਨਾ ਲਾਇਆ ਹੋਇਆ ਸੀਗਾ, CM ਚੰਨੀ ਦੇ ਮੁੱਖ ਬਣਨ ਤੋਂ ਪਹਿਲਾਂ ਧਰਨਾ ਲਾਇਆ ਸੀ, ਸਾਨੂੰ ਪੱਕਿਆਂ ਕਰੋ, ਸਾਰੇ ਪੰਜਾਬ 'ਚ ਲੱਗੇ ਸੀ, ਲੇਕਿਨ ਰੋਪੜ 'ਚ 114 ਲੋਕ ਸੀ। ਕੱਲ੍ਹ ਹੀ ਮੈਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ, ਉਹਨਾਂ ਨੂੰ ਪੱਕੇ ਹੋਣ ਦੇ ਜ਼ਿੰਦਗੀ ਭਰ ਦੇ ਨਿਯੁਕਤੀ ਪੱਤਰ ਦਿੱਤੇ ਆ। ਹੁਣ ਉਹ 122 ਜਾਣਿਆਂ ਦੇ ਆਪਣਾ ਕਹਿੰਦੇ 114 ਜਿਹੜੇ ਸੀਗੇ ਆਪਣਾ ਸਵੀਪਰ ਸੀਗੇ ਤੇ ਔਰ 9 ਦੂਜੇ ਕੈਟਾਗਰੀ ਦੇ ਲੋਕ ਸੀਗੇ, 123 ਜਾਣਿਆਂ ਦੇ ਕੱਲ ਨਿਯੁਕਤੀ ਪੱਤਰ ਦਿੱਤੇ ਆ। ਉਹ ਖਬਰ ਕਿਤੇ ਵੀ ਨਹੀਂ ਲੱਗੀ ਹੋਊਗੀ, ਉਹ ਖਬਰ ਤੁਸੀਂ ਅਗਰ ਵੇਖੋਗੇ ਤੇ ਕਿਤੇ ਵੀ ਨਹੀਂ ਲੱਗੀ ਹੋਊਗੀ। ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਵੀ ਜਿਹੜੀਆਂ ਮਾੜੀਆਂ ਚੀਜ਼ਾਂ ਉਹ ਤਾਂ ਹਾਈਲਾਈਟ ਹੋ ਜਾਂਦੀਆਂ, ਲੇਕਿਨ ਕੱਲ ਜਿਹੜੀ ਚੰਗੀ ਚੀਜ਼ ਆ, ਜਦੋਂ ਮੈਂ ਇਕੱਲੇ ਰੋਪੜ 'ਚ ਨਹੀਂ, ਇਹ ਸਾਰੇ ਪੰਜਾਬ ਦੇ ਵਿੱਚ ਹੀ ਆਪਣਾ ਕੀ ਕਹਿੰਦੇ ਇਹ ਨਿਯੁਕਤੀ ਪੱਤਰ ਹੋਏ ਆ। ਔਰ ਇਹ ਚੀਜ਼ਾਂ ਨੂੰ ਸ਼ਾਇਦ ਕਿਸੇ ਨੇ ਹਾਈਲਾਈਟ ਨਹੀਂ ਕਰ ਸਕਦੇ ਹੋਏ। ਠੀਕ ਆ, ਕਮੀਆਂ ਹੈਗੀਆਂ, ਜਿਹਦੀਆਂ ਧਰਨੇ ਹੈਗੇ ਆ, ਜਿੱਥੇ ਮੁਸ਼ਕਲਾਂ ਹੈਗੀਆਂ ਉਹ ਵੀ ਹੈਗੀਆਂ, ਲੇਕਿਨ ਇਹ ਕਹਿਣਾ ਬਿਲਕੁਲ ਵੀ ਚੰਨੀ ਨੇ ਕੁਛ ਵੀ ਨਹੀਂ ਕੀਤਾ ਜਾਂ ਚੰਨੀ ਸਾਹਿਬ ਨੇ ਕੋਈ ਵੀ ਐਲਾਨ ਜਿਹੜਾ ਕੀਤਾ ਉਹਨੂੰ ਸਿਰੇ ਨਹੀਂ ਚੜਾਇਆ, ਉਹ ਗਲਤ ਆ, ਉਹ ਨਹੀਂ ਹੋਣਾ ਚਾਹੀਦਾ। ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਵੀ ਇਹ ਸਾਰੀਆਂ ਚੀਜ਼ਾਂ ਨੂੰ ਓਵਰਆਲ ਇੱਕ ਰਾਈਟ ਔਰ ਰੋਂਗ ਦੇ ਵਿੱਚ ਨਹੀਂ ਵੇਖਣਾ ਚਾਹੀਦਾ, ਜਾਂ ਇੱਕ ਹੀ ਐਂਗਲ ਨਾਲ ਨਹੀਂ ਵੇਖਣਾ ਚਾਹੀਦਾ, ਇਹਦਾ ਦੂਜਾ ਪੱਖ ਵੀ ਵਿਖਾਉਣਾ ਚਾਹੀਦਾ ਵਾ। ਉਹ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ, ਤੁਹਾਡੇ ਵਰਗੇ ਜਿਹੜੇ ਨਵੇਂ ਚੈਨਲਸ ਆ ਜਿਨ੍ਹਾਂ ਦੀ ਅੱਜ ਬੜੀ, ਔਰ ਤੁਹਾਡੇ ਵਰਗੇ ਜਿਹੜੇ ਨਵੇਂ ਯੰਗ ਜਰਨਲਿਸਟ ਆ, ਤੁਸੀਂ ਫੈਕਚੁਅਲ ਗੱਲਾਂ ਨੂੰ ਹਰ ਐਂਗਲ ਨੂੰ ਵਿਖਾਓ ਔਰ ਹਰ ਐਂਗਲ ਦੇ ਹਿਸਾਬ ਨਾਲ ਆਪਾਂ ਮਤਲਬ ਵੀ ਉਹਨੂੰ ਵਿਖਾਉਣਾ ਚਾਹੀਦਾ, ਤਾਂ ਕਿ ਲੋਕਾਂ ਤੱਕ ਸਹੀ ਪਿਕਚਰ ਪਹੁੰਚੇ ਔਰ ਫਿਰ ਲੋਕਾਂ ਤੇ ਫੈਸਲਾ ਛੱਡ ਦਿੱਤਾ ਜਾਵੇ। ਕਈ ਵਾਰ ਅਕਸਰ ਵੇਖੀਦਾ ਅੱਜ ਕੱਲ੍ਹ, ਕਿਉਂਕਿ ਵੈਬ ਚੈਨਲਸ ਦਾ ਜ਼ਮਾਨਾ ਵਾ, ਉਹ ਕਿਉਂਕਿ ਵਿਊਜ਼ ਉਹਦੇ ਚੀਜ਼ ਦੇ ਹੀ ਵੱਧਦੇ ਆ, ਨੈਗੇਟਿਵਿਟੀ ਦੇ ਜ਼ਿਆਦਾ ਵੱਧਦੇ ਆ। ਤੁਸੀਂ ਵੀ ਜਾਣਦੇ ਹੋ ਇਸ ਚੀਜ਼ ਨੂੰ, ਆਪਣਾ ਜ਼ਿਆਦਾ ਉਹੋ ਜਿਹੀ ਚੀਜ਼ਾਂ ਦੇ ਵਿਊ ਵੱਧਦੇ ਆ ਜਿਨ੍ਹਾਂ ਦੇ ਵਿੱਚ ਕਲੇਸ਼ ਹੋਵੇ ਜਾਂ ਰਾਮ ਰੌਲਾ ਹੋਵੇ। ਚੰਗੀ ਪੋਜ਼ਿਟਿਵ ਸਟੋਰੀਜ਼ ਨੂੰ ਸ਼ਾਇਦ ਲੋਕੀ ਇੰਨਾ ਪਸੰਦ ਨਹੀਂ ਕਰਦੇ, ਕਿਉਂਕਿ ਉਹਨਾਂ ਨਾਲ ਕਈ ਵਾਰ ਬੰਦਾ ਰਿਲੇਟ ਨਹੀਂ ਕਰ ਪਾਉਂਦਾ। ਸੋ ਚੰਗੀਆਂ ਪੋਜ਼ਿਟਿਵ ਸਟੋਰੀਜ਼ ਵੀ ਜ਼ਰੂਰ ਜਾਣੀਆਂ ਚਾਹੀਦੀਆਂ। ਜਿਵੇਂ ਕੱਲ੍ਹ ਉਹਨਾਂ ਬੰਦਿਆਂ ਨੂੰ ਬੜੀ ਖੁਸ਼ੀ ਮਿਲੀ ਸੀ, 122 ਜਾਣਿਆਂ ਨੂੰ, ਔਰ ਬੜੀ ਸਾਨੂੰ ਵੀ ਖੁਸ਼ੀ ਮਿਲੀ, ਲੇਕਿਨ ਸ਼ਾਇਦ ਉਹ ਖਬਰ ਨਹੀਂ ਬਣ ਸਕੀ। ਆਖਰੀ ਸਵਾਲ, ਕਿਉਂਕਿ ਸਮਾਂ ਇਜਾਜ਼ਤ ਉਨੀ ਨਹੀਂ ਦੇ ਰਿਹਾ, ਤੇ ਆਖਰੀ ਸਵਾਲ ਹੈ ਕਿ ਤੁਹਾਡੀ ਪਾਰਟੀ ਦਾ, ਕਾਂਗਰਸ ਦਾ, ਇਸ ਵਾਰ ਪੰਜਾਬ ਦੇ ਵਿੱਚ ਤੁਸੀਂ ਕਿਸ ਦੇ ਨਾਲ ਮੁਕਾਬਲਾ ਸਮਝਦੇ ਹੋ? ਪੂਰਾ ਫਸਵਾਂ ਮੁਕਾਬਲਾ ਹੋਣਾ, ਕਿਹੜੀ ਪਾਰਟੀ ਦੇ ਨਾਲ? ਮੁਕਾਬਲਾ ਦੇਖੋ ਹਰ ਸੀਟ ਤੋਂ ਸੀਟ ਡਿਫਰੈਂਟ ਕਰੂਗਾ, ਹਰ ਸੀਟ ਤੋਂ ਸੀਟ ਵੈਰੀ ਕਰੂਗਾ। ਉੱਪਰਲੇ ਲੈਵਲ ਤੇ ਅਗਰ ਵੇਖੋਗੇ ਤਾਂ ਸਾਰੀ ਪਾਰਟੀਆਂ ਕਾਂਗਰਸ ਦੇ ਖਿਲਾਫ ਆ। ਸੋ ਕਿਉਂਕਿ ਸਰਕਾਰ ਮੌਜੂਦਾ ਵਾ ਔਰ ਲੀਡਰ ਵੀ ਸਾਡੇ ਕੋਲ ਉਸ ਹਿਸਾਬ ਦੇ ਆ। ਸੋ ਔਰ ਉਸ ਤੋਂ ਬਾਅਦ ਜਿਵੇਂ ਤੁਸੀਂ ਥੱਲੇ ਆਓਗੇ ਫਿਰ ਸੀਟ ਟੂ ਸੀਟ ਵੇਰੀ ਕਰਦਾ ਹੁੰਦਾ। ਕਈ ਜਗ੍ਹਾ ਕੋਈ ਬੰਦਿਆਂ ਦੇ ਆਧਾਰ ਕੋਈ ਨਹੀਂ ਹੁੰਦਾ, ਬੇਸ ਕੋਈ ਨਹੀਂ ਹੁੰਦਾ, ਲੇਕਿਨ ਉਹ ਪਾਰਟੀ ਦੇ ਸਿਰ ਤੇ ਇਲੈਕਸ਼ਨ ਲੜ ਰਹੇ ਹੁੰਦੇ ਵੀ ਪਾਰਟੀ ਨੂੰ ਸ਼ਾਇਦ ਵੋਟ ਪਵੇ, ਮੈਨੂੰ ਵੀ ਪੈ ਜੇ। ਸੋ ਇਹ ਸੀਟ ਟੂ ਸੀਟ ਵੇਰੀ ਕਰਦਾ ਵਾ। ਇਹ ਇੱਕ ਵਿਅਕਤੀ ਵਿਸ਼ੇਸ਼ ਦੇ ਬਾਰੇ ਬੋਲਣਾ ਜਾਂ ਇੱਕ ਪਾਰਟੀ ਬਾਰੇ ਬੋਲਣਾ ਇਹ ਸਹੀ ਨਹੀਂ ਰਹੂਗਾ। ਇਲੈਕਸ਼ਨ ਰਿਜ਼ਲਟ ਜਿਹੜਾ ਉਹ ਕੋਈ ਵੀ ਪ੍ਰੈਡਿਕਟ ਨਹੀਂ ਕਰ ਸਕਦਾ ਹੁੰਦਾ, ਇੱਕ ਥੋੜੀ ਹਵਾ ਦੱਸ ਸਕਦੇ ਹੁੰਦੇ ਉੱਪਰ ਨੀਚੇ ਕਿਹਦੀ ਆ। ਸੋ ਉਸ ਹਿਸਾਬ ਨਾਲ ਵੇਖ ਲਾਂ। ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ।
ਸੋ ਇਹ ਸਨ ਵਰਿੰਦਰ ਢਿੱਲੋਂ ਜਿਨ੍ਹਾਂ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਵੀ ਪਾਰਟੀ ਕੰਮ ਕਰੂਗੀ ਉਹੀ ਸਹੀ ਤਰੀਕੇ ਦੇ ਨਾਲ ਚੱਲੂ। ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਵੱਲੋਂ ਸਵਾਲ ਉਠਾਏ ਜਾਂਦੇ ਨੇ ਜਾਂ ਵਿਰੋਧੀਆਂ ਵੱਲੋਂ ਸਵਾਲ ਉਠਾਏ ਜਾਂਦੇ ਨੇ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਨਹੀਂ ਕੁਝ ਕੀਤਾ, ਤਾਂ ਇਹਨਾਂ ਦਾ ਇਹਨਾਂ ਨੇ ਜਵਾਬ ਦਿੱਤਾ ਹੈ ਕਿ ਜਿਹੜੇ ਸਹੀ ਕੰਮ ਅਸੀਂ ਕਰਦੇ ਹਾਂ, ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਰਹੀਆਂ ਨੇ, ਉਹ ਕਿਤੇ ਨਾ ਕਿਤੇ ਟੀਵੀ ਦੇ ਵਿੱਚ, ਕੈਮਰੇ ਦੇ ਵਿੱਚ, ਅਖਬਾਰਾਂ ਦੇ ਵਿੱਚ ਸੁਰਖੀਆਂ ਬਣ ਕੇ ਨਹੀਂ ਆਉਂਦੀਆਂ, ਬਲਕਿ ਜਿਹੜੀਆਂ ਚੀਜ਼ਾਂ ਕਰਕੇ ਸਾਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ ਉਹ ਸਾਰੀਆਂ ਗਲਤ ਹੀ ਹੁੰਦੀਆਂ ਨੇ। ਉਹਨਾਂ ਨੂੰ ਕੂੜ ਪ੍ਰਚਾਰ ਬਣਾ ਕੇ ਜਿਹੜਾ ਇੱਕ ਹਿਸਾਬ ਨਾਲ ਲੋਕਾਂ ਸਾਹਮਣੇ ਪਰੋਸਿਆ ਜਾਂਦਾ ਤਾਂ ਜੋ ਪਾਰਟੀ ਦਾ ਅਕਸ ਕਿਤੇ ਨਾ ਕਿਤੇ ਲੋਕਾਂ ਦੀ ਨਜ਼ਰ ਦੇ ਵਿੱਚ ਖਰਾਬ ਕੀਤਾ ਜਾ ਸਕੇ। ਸੋ ਹੁਣ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਦ ਸਟੋਰੀ ਟੀਵੀ।